ਤਾਂ ਸਾਧੂ ਫਕੀਰ ਬੋਲਿਆ, ਕਹਿੰਦਾ ਬਈ ਤੂੰ ਹੁਣ ਖਲੋਤਾ ਹੈ, ਇੱਕ ਪੈਰ ਆਪਣਾ ਚੁੱਕ ਖਾਂ ਧਰਤੀ ਤੋਂ। ਉਹਨੇ ਆਪਣਾ ਸੱਜਾ ਪੈਰ ਚੁੱਕ ਲਿਆ, ਖੱਬੇ ਪੈਰ ਦੇ ਭਾਰ ਖਲੋ ਗਿਆ। ਹੁਣ ਉਹ ਫਕੀਰ ਸਾਈਂ ਬੋਲਿਆ, ਕਹਿੰਦਾ ਐਂ ਕਰ, ਹੁਣ ਉਹ ਸੱਜਾ ਪੈਰ ਥੱਲੇ ਨਾ ਲਾਈ ਜਿਹੜਾ ਚੁੱਕਿਆ ਹੋਇਆ, ਖੱਬਾ ਵੀ ਚੁੱਕ ਲਾ। ਤਾਂ ਅੱਗੋਂ ਉਹ ਚੇਲਾ ਬੋਲਿਆ, ਕਹਿੰਦਾ ਇਹ ਕੀ ਮਖੌਲ ਮਜ਼ਾਕ ਕਰ ਰਹੇ ਹੋ, ਦੋਵੇਂ ਪੈਰ ਕਿਵੇਂ ਚੁੱਕ ਸਕਦਾ? ਜੇ ਦੋਵੇਂ ਪੈਰ ਚੁੱਕ ਕੇ ਡਿੱਗ ਜਾਵਾਂਗਾ। ਇੱਕ ਪੈਰ ਹੀ ਚੁੱਕ ਸਕਦਾ ਮੈਂ, ਦੋਵੇਂ ਪੈਰ ਧਰਤੀ ਤੋਂ ਚੁੱਕਾਂਗਾ ਫਿਰ ਤਾਂ ਗਿਰ ਜਾਵਾਂਗਾ। ਸਾਧੂ ਹੱਸ ਪਿਆ, ਕਹਿੰਦਾ ਬਸ ਇੰਨਾ ਕੁ ਬੰਦੇ ਦੇ ਹੱਥ ਹੈ, ਇੱਕ ਕਦਮ ਚੁੱਕਣਾ ਬੰਦਿਆ ਤੇਰੇ ਵੱਸ ਹੈ, ਦੂਜਾ ਕਦਮ ਚੁੱਕਣਾ ਤੇਰੇ ਹੱਥ ਨਹੀਂ, ਉਹ ਅਕਾਲ ਪੁਰਖ ਰੱਬ ਦੇ ਹੱਥ ਹੈ। ਹੁਣ ਉਹ ਕਦਮ ਸਾਧ ਸੰਗਤ ਕੱਲੇ ਆ, ਸਰੀਰ ਦੇ ਨਹੀਂ। ਸਾਹਿਬ ਨੇ ਬਾਣੀ ਅੰਦਰ ਕਿਹਾ, ਚੰਗਿਆਈ ਬੁਰਿਆਈ ਪਾਪ ਪੁੰਨ, ਚੰਗਾ ਮੰਦਾ ਇਸ ਧਰਤੀ ਤੇ ਜੋ ਹੋ ਰਿਹਾ ਹੈ ਉਹਦੇ ਵਿੱਚ ਬੰਦੇ ਨੇ ਇੱਕ ਕਦਮ ਅਕਾਲ ਪੁਰਖ ਰੱਬ ਨੇ ਬੰਦੇ ਦੇ ਹੱਥ ਦੇ ਦਿੱਤਾ। ਤੁਸੀਂ ਚੰਗਿਆਈ ਵੱਲ ਵੀ ਚੁੱਕ ਸਕਦੇ ਹੋ, ਬੁਰਿਆਈ ਵੱਲ ਵੀ ਚੁੱਕ ਸਕਦੇ ਹੋ, ਪਾਪ ਵੱਲ ਵੀ ਕਦਮ ਚੁੱਕ ਸਕਦੇ ਹੋ, ਪੁੰਨ ਵੱਲ ਵੀ ਚੁੱਕ ਸਕਦੇ ਹੋ। ਰੱਬ ਨੇ ਸੋਝੀ ਦੇ ਦਿੱਤੀ ਹੈ, ਸ਼ਾਮਾਂ ਪਈਆਂ ਨੇ, ਰਹਿਰਾਸ ਦੇ ਪਾਠ ਦੀ ਆਵਾਜ਼ ਆ ਰਹੀ ਹੈ। ਕਿਸੇ ਦਾ ਕਦਮ ਧਰਮ ਵੱਲ ਦੇ ਪਾਸੇ ਗੁਰਦੁਆਰੇ ਵੀ ਆ ਸਕਦਾ ਹੈ, ਕਿਸੇ ਦਾ ਪੱਬ ਕਲੱਬ ਸ਼ਰਾਬਖਾਨੇ ਵੱਲ ਵੀ ਜਾ ਸਕਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਇੰਨੀ ਸੋਝੀ ਦਿੱਤੀ, ਭਾਈ ਤੂੰ ਸੋਚ ਕੇ ਕਦਮ ਚੁੱਕੀ, ਤੇਰੇ ਹੱਥ ਹੈ, ਪਰ ਉਸ ਤੋਂ ਬਾਅਦ ਲੇਖਾ ਫਿਰ ਰੱਬ ਦੇ ਹੱਥ ਹੈ। ਦੋ ਕਦਮ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਦੂਰ। ਚੰਗਿਆਈ ਬੁਰਿਆਈ ਪਾਪ ਪੁੰਨ ਦੇ ਦੋ ਕਦਮ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇਰੇ ਆਪਣੇ ਕਰਮ ਨੇ, ਧਰਮ ਵੱਲ ਦੇ ਪਾਸੇ ਚੁੱਕ ਲੇਗਾ ਨੇੜੇ ਹੋ ਜਾਏਗਾ ਰੱਬ ਦੇ, ਪਾਪ ਵੱਲ ਤੁਰ ਪੈਗਾ ਦੂਰ ਹੋ ਜਾਏਗਾ। ਸੋ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰੀਏ, ਉਹਨਾਂ ਨੇ ਆਪਾਂ ਨੂੰ ਸੋਝੀ ਦਿੱਤੀ, ਆਪਾਂ ਧਰਮ ਵੱਲ ਦੇ ਪਾਸੇ ਕਦਮ ਚੁੱਕਿਆ, ਗੁਰੂ ਘਰ ਵੱਲ ਦੇ ਪਾਸੇ ਤੁਰੇ ਹਾਂ। ਭਾਵੇਂ ਸ਼ਾਇਦ ਕਿਸੇ ਸਵਾਰਥ ਕਰਕੇ ਆਏ ਹੋਈਏ, ਪਰ ਕਦਮ ਤਾਂ ਧਰਮ ਵੱਲ ਦੇ ਪਾਸੇ ਤੁਰ ਪਿਆ। ਅੱਗੇ ਹੁਣ ਸਾਧ ਸੰਗਤ ਸਰੀਰ ਦੀ ਯਾਤਰਾ ਮੁੱਕ ਗਈ ਹੈ, ਹੁਣ ਸੁਰਤ ਕਰਕੇ ਬੈਠਣੇ, ਗੁਰੂ ਕੋਲੋਂ ਮੰਗਣਾ, ਉਹ ਸੁਰਤੀ ਕਰਕੇ ਸੁਚੇਤ ਹੋ ਗਏ। ਚੱਲ ਰਹੇ ਲੜੀਵਾਰ ਇਤਿਹਾਸ ਨਾਲ ਆਪਾਂ ਜੁੜੀਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਚਮਕੌਰ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਵੱਲ ਚੱਲੇ। ਪਹਾੜੀ ਰਾਜਿਆਂ ਨੇ ਦੋ ਉਮਰਾਵ ਜੋ ਲਾਹੌਰ ਤੋਂ ਦਿੱਲੀ ਜਾ ਰਹੇ ਸਨ, ਉਹਨਾਂ ਨੂੰ ਧਨ ਦੇ ਕੇ, ਪੈਸਾ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਖਿਲਾਫ ਕਰ ਦਿੱਤਾ। ਜੇ ਤੁਸੀਂ ਜਾਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕਰ ਲਓ, ਅਸੀਂ ਤੁਹਾਨੂੰ ਇੰਨੇ ਹਜ਼ਾਰ ਰਜਤ ਪਣ ਦੇਵਾਂਗੇ, ਨਾਲੇ ਔਰੰਗਜ਼ੇਬ ਬਾਦਸ਼ਾਹ ਖੁਸ਼ ਹੋਏਗਾ। ਕਿਉਂ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਰੰਗਜ਼ੇਬ ਬਾਦਸ਼ਾਹ ਨਾਲ ਬਣਦੀ ਨਹੀਂ। ਉਹ ਦੋਵੇਂ ਉਮਰਾਵ ਮੰਨ ਗਏ। ਉਹਨੇ ਫਲੌਰ ਤੋਂ ਲੁਧਕ ਦੇ ਰਸਤੇ, ਭਾਵ ਲੁਧਿਆਣੇ ਦੇ ਰਸਤੇ ਸਤਲੁਜ ਪਾਰ ਕਰਕੇ ਜਾਣ ਦੀ ਬਜਾਏ ਔਰਾਰ ਅਲ ਦੇ ਰਸਤੇ, ਸਿੱਧਾ ਰੋਪੜ ਦੇ ਰਸਤੇ ਉਹ ਦਿੱਲੀ ਦਾ ਰਸਤਾ ਨਾਪ ਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਉੱਤੇ 10,000 ਫੌਜ, 5,000 ਸੈਦਾ ਵੇਗ ਦੀ, 5,000 ਫੌਜ ਅਲਫ ਖਾਨ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੱਲਾ ਬੋਲ ਦਿੱਤਾ। ਕੁਝ ਮੀਲਾਂ ਦੀ ਵਿੱਥ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਵੱਲ ਜਾ ਰਹੇ ਸਨ। ਅਲਫ ਖਾਨ ਤੇ ਵੇਗ ਖਾਨ ਦੀ ਫੌਜ ਵਿੱਚੋਂ ਇੱਕ ਸਿਪਾਹੀ ਨਿਕਲਿਆ। ਉਹਨੇ ਘੋੜੇ ਨੂੰ ਫੌਜ ਤੋਂ ਅਲੱਗ ਕਰ ਲਿਆ। ਫੌਜਾਂ ਤੋਂ ਅਲੱਗ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਤੱਕ ਕਿਸੇ ਹੋਰ ਰਸਤੇ ਪਹੁੰਚਿਆ। ਆ ਕੇ ਉਹ ਖਬਰ ਉਮਰਾਵ ਦੇ ਪਹੁੰਚਣ ਦੀ ਦਿੰਦਾ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਉੱਤੇ ਹਮਲਾ ਹੋ ਗਿਆ, ਫੌਜਾਂ ਆ ਰਹੀਆਂ ਨੇ, 10,000 ਫੌਜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਫੌਜ ਪਹਾੜੀਆਂ ਨੇ ਤੁਹਾਡੇ ਉੱਤੇ ਚੜ੍ਹਾਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਆਇਆ ਹੋਇਆ ਸਿਪਾਹੀ ਹਕੀਕਤ ਦੱਸ ਰਿਹਾ ਸੀ ਕਿ ਸਮਾਂ ਸਮਾਪਤ ਹੋ ਗਿਆ ਸੀ। ਆਓ ਸਾਧ ਸੰਗਤ ਵੇਖਦੇ ਹਾਂ ਪਾਤਸ਼ਾਹ ਕੀ ਫੈਸਲਾ ਲੈਂਦੇ ਨੇ। ਅਨੰਦਪੁਰ ਸਾਹਿਬ ਵੱਲ ਜਾਣਗੇ ਜਾਂ ਫਿਰ ਜੰਗ ਦੀ ਤਿਆਰੀ ਕਰਨਗੇ। ਘਮਸਾਣ ਦੀ ਜੰਗ ਵਿੱਚ ਕੀ ਹੁੰਦਾ ਹੈ, ਪਿਆਰ ਭਰੇ ਪ੍ਰਸੰਗ ਨਾਲ ਜੁੜੋ। ਇੱਕ ਵਾਰ ਦੋਵੇਂ ਹੱਥ ਜੋੜ ਕੇ ਹਾਜ਼ਰੀ ਲਾਓ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਰਾਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਥ ਜੋਰ ਗੁਰ ਸਾਥਿ ਉਚਾਰਾ, ਕਿਮ ਨਿਚੰਤ ਪ੍ਰਭ ਡੇਰੋ ਡਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚਿਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰੁੱਤ ਪੰਜਵੀਂ ਤੇ ਅੰਸੂ 32 ਉੱਤੇ ਅੰਕਿਤ ਕਰਦੇ ਨੇ। ਉਹ ਸਿਪਾਹੀ ਉਮਰਾਬਾਂ ਦੀ ਫੌਜ ਚੋਂ ਨਿਕਲ ਗਿਆ, ਰਸਤਾ ਬਦਲ ਕੇ ਘੋੜਾ ਧਵਾਉਂਦਾ ਹੋਇਆ, ਭਾਵ ਬਹੁਤ ਤੇਜ਼ ਚਲਾਉਂਦਿਆਂ ਹੋਇਆ ਉਹ ਪਾਤਸ਼ਾਹ ਤੱਕ ਪਹੁੰਚਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਹੋ ਸਾਹੀ ਹੋਇਆ ਉਹ ਸਿਪਾਹੀ ਆ ਕੇ ਸੱਚਾਈ ਦੱਸਦਾ, ਮਹਾਰਾਜ ਕਿਵੇਂ ਨਿਸ਼ਚਿੰਤ ਹੋ ਕੇ ਤੁਸੀਂ ਜਾ ਰਹੇ ਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਤੁਹਾਡੇ ਮਗਰ ਸ਼ਾਹੀ ਫੌਜਾਂ ਨੇ ਹੱਲਾ ਬੋਲ ਦਿੱਤਾ। ਤੁਮ ਪਰ 10,000 ਅਸਵਾਰ, ਦੋ ਅਮਰਾਵ ਆਏ ਰਿਸ ਧਾਰ। ਉਹ ਸਿਪਾਹੀ ਮਹਾਰਾਜ ਨੂੰ ਨਮਸਕਾਰ ਕਰਕੇ ਕਾਲੀ ਕਾਲੀ ਬੋਲ ਰਿਹਾ, ਸਾਹੋ ਸਾਹੀ ਹੋਇਆ, ਹੈ ਸੱਚੇ ਪਾਤਸ਼ਾਹ ਤੁਹਾਡੇ ਉੱਤੇ 10,000 ਫੌਜ ਚੜ ਗਈ ਹੈ। ਇਹ ਫੌਜਾਂ ਪਹਾੜੀ ਰਾਜੇ ਭੀਮ ਚੰਦ ਕਹਿਲੂਰੀਏ, ਕਿਰਪਾਲ ਚੰਦ ਕਟੌਚੀਏ, ਹੰਡੂਰੀਏ ਰਾਜਿਆਂ ਨੇ ਚੜਾਈਆਂ ਨੇ। ਮਹਾਰਾਜ ਉਹਨਾਂ ਨੂੰ ਕਈ ਹਜ਼ਾਰ ਰਜਤਪਣ ਦਾ ਲਾਲਚ ਦਿੱਤਾ। ਉਹ ਫਿਲੌਰ ਤੋਂ ਲਹਿੰਦੇ ਰਸਤੇ ਭਾਵ ਸਤਲੁਜ ਦੇ ਨਾਲ ਸਿੱਧੇ ਇੱਧਰ ਆ ਗਏ ਨੇ। ਥੋੜੇ ਮੀਲ ਦੀ ਵਿੱਥ ਰਹਿ ਗਈ ਹੈ, ਤੁਹਾਡੇ ਉੱਤੇ 10,000 ਫੌਜ ਹੱਲਾ ਕਰਨ ਵਾਲੀ ਹੈ। ਪ੍ਰੇਰ ਗਿਰੀਸ਼ਰ ਇਤਲੇ ਆਏ, ਸਾਵਧਾਨ ਪ੍ਰਭ ਰਚੋ ਉਪਾਏ। ਉਹ ਸਿਪਾਹੀ ਕਹਿੰਦਾ, ਮਹਾਰਾਜ ਗਿਰੀਸ਼ਰ ਦਾ ਅਰਥ ਹੁੰਦਾ ਗਿਰਮੀਨੰਗ ਪਹਾੜ, ਪਹਾੜਾਂ ਦੇ ਰਾਜੇ। ਮਹਾਰਾਜ ਪਹਾੜੀ ਰਾਜਿਆਂ ਨੇ ਤੁਹਾਡੇ ਤੇ ਇਹ ਫੌਜਾਂ ਚੜਾਈਆਂ ਨੇ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਵਧਾਨ ਹੋ ਜਾਓ, ਉਹ ਫੌਜ ਬਹੁਤ ਤੇਜ਼ ਤਰਾਰ ਹੈ। 10,000 ਫੌਜ 5 ਸੈਦਾ ਵੇਗ ਦੀ, 5,000 ਅਲਫ ਖਾਨ ਦੀ, ਤੁਹਾਡੇ ਉੱਤੇ ਉਹਨਾਂ ਹੱਲਾ ਬੋਲ ਦਿੱਤਾ, ਬਸ ਤੁਹਾਡੇ ਤੱਕ ਪਹੁੰਚਣ ਵਾਲੇ ਨੇ। ਮੈਂ ਰਾਵਰ ਸਿੱਖ ਸੁਣ ਕੇ ਧਾਇਓ, ਆਨ ਭੇਤ ਗਨ ਰਹਿ ਪੁੰਨ ਬਤਾਇਓ। ਹਜ਼ੂਰ ਪੁੱਛਦੇ, ਭਾਈ ਤੂੰ ਕੌਣ ਹੈ? ਉਹਨੇ ਕਿਹਾ, ਮਹਾਰਾਜ ਮੈਂ ਉਹਨਾਂ ਦੀ ਫੌਜ ਦਾ ਇੱਕ ਸਿਪਾਹੀ ਹਾਂ, ਮੇਰੀ ਤੁਹਾਡੇ ਉੱਤੇ ਸ਼ਰਧਾ ਹੈ, ਪਿਆਰ ਹੈ, ਪਰ ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਹਨਾਂ ਫੌਜਾਂ ਚੋਂ ਨਿਕਲ ਆਇਆ, ਕਿਸੇ ਤਰ੍ਹਾਂ 10,000 ਫੌਜ ਚੋਂ ਘੋੜਾ ਇੱਕ ਪਾਸੇ ਕੱਢ ਲਿਆ, ਸਿਰਫ ਤੁਹਾਨੂੰ ਦੱਸਣ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਜਾਂ ਤਾਂ ਕੋਈ ਉਪਾਅ ਕਰੋ, ਨਹੀਂ ਤਾਂ ਘੋੜੇ ਤੇਜ਼ ਕਰਕੇ ਇਸ ਰਸਤੇ ਤੋਂ ਪਾਸੇ ਹੋ ਜਾਓ। ਸੁਣ ਕਲਗੀਧਰ ਹੁਕਮ ਉਚਾਰਾ, ਦੇਹੋ ਬਜਾਏ ਰਣਜੀਤ ਨਗਾਰਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਸਿਪਾਹੀ ਕਹਿੰਦਾ, ਮਹਾਰਾਜ ਤੁਹਾਡੇ ਕੋਲ ਸੈਂਕੜੇ ਕੁ ਸਿਪਾਹੀ ਨੇ, ਉਹ 10,000 ਫੌਜ ਹੈ। ਮਹਾਰਾਜ ਜਾਂ ਤਾਂ ਕੋਈ ਉਪਾਅ ਕਰ ਲਓ, ਨਹੀਂ ਤਾਂ ਫਿਰ ਰਸਤਾ ਬਦਲ ਲਓ, ਅਨੰਦਪੁਰ ਸਾਹਿਬ ਤੱਕ ਉਹ ਤੁਹਾਨੂੰ ਪਹੁੰਚਣ ਨਹੀਂ ਦੇਣਗੇ। ਇਹ ਉਹਨਾਂ ਦੀ ਚਾਲ ਹੈ। ਪਹਾੜੀ ਰਾਜਿਆਂ ਕਹਿ ਕੇ ਤੋਰਿਆ, ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੂੰ ਪਕੜਨਾ ਮਾਰਨਾ ਸੌਖਾ ਹੈ। ਮਹਾਰਾਜ ਹੁਣ ਤੁਹਾਡੀ ਇੱਛਾ ਹੈ, ਜਾਂ ਕੋਈ ਉਪਾਅ ਕਰੋ, ਨਹੀਂ ਤਾਂ ਰਸਤਾ ਬਦਲੋ। 10,000 ਫੌਜ ਨੇ ਹੱਲਾ ਬੋਲ ਦਿੱਤਾ ਹੈ। ਡਾਲ ਹੈਨ ਪਰ ਜੀਨੇ ਉਤਾਲੇ, ਤੁਪਕ ਖੜਗ ਧਨ ਢਾਲ ਸੰਭਾਲੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਪਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸੇ ਵਕਤ ਇੱਕ ਪਲ ਚੁੱਪ ਕਰਨ ਤੋਂ ਬਾਅਦ ਬੜੇ ਜੋਸ਼ ਵਿੱਚ ਆ ਕੇ ਬੋਲੇ, ਸੁਣ ਕਲਗੀਧਰ ਹੁਕਮ ਉਚਾਰਾ, ਦਿਓ ਬਜਾਏ ਰਣਜੀਤ ਨਗਾਰਾ। ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਨਗਾਰਾ ਵਜਾਓ, ਜੰਗ ਦਾ ਐਲਾਨ ਕਰ ਦਿਓ। ਅਨੰਦਪੁਰ ਸਾਹਿਬ ਉਹ ਚਾਹੁੰਦੇ ਨੇ ਅਸੀਂ ਅਨੰਦਪੁਰ ਸਾਹਿਬ ਤੋਂ ਬਾਹਰ ਲੜੀਏ, ਉਹ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਤੋਂ ਬਾਹਰ ਹੋਣ, ਫਿਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਲਾਂਗੇ। ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਨਹੀਂ ਜਾਵਾਂਗੇ, ਕਿਲੇ ਤੋਂ ਬਾਹਰ ਹੀ ਜਿੱਥੇ ਉਹਨਾਂ ਦੀ ਇੱਛਾ ਹੈ ਉੱਥੇ ਹੀ ਇਹਨਾਂ ਤੁਰਕਾਂ ਦਾ ਮੁਕਾਬਲਾ ਕਰਾਂਗੇ। ਸਾਵਧਾਨ ਹਵੈ ਰੋਕਿਓ ਆਗਾ, ਸਿੰਘਨ ਹਿਰਦੈ ਵੀਰ ਰਸ ਜਾਗਾ। ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ, ਖਾਲਸਿਓ ਸਾਵਧਾਨ ਹੋ ਜਾਓ, ਦੁਸ਼ਮਣ ਦਾ ਰਸਤਾ ਅੱਗਿਓਂ ਰੋਕੋ, ਆਪਾਂ ਅੱਗੇ ਨਹੀਂ ਜਾਣਾ। ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਸ਼ਾਹੀ ਫੌਜ ਦੇ ਆਉਣ ਉੱਤੇ ਅੱਗੇ ਭੱਜ ਗਈ ਹੈ। ਜਿੱਥੇ ਖਬਰ ਮਿਲੀ ਹੈ ਇੱਥੋਂ ਹੀ ਮੋਰਚੇ ਲਾਓ,
ਸਾਵਧਾਨ ਹੋ ਕੇ ਫੌਜ ਦਾ ਅੱਗਾ ਰੋਕੋ। ਦਲ ਮੁਕਾਬਲੇ ਦੋਨੋਂ ਹੋਏ, ਗੋਚਰ ਦ੍ਰਿਸ਼ਟ ਪਰਸਪਰ ਦੋਏ। ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ ਅੱਜ ਮੁਕਾਬਲਾ ਹੋਏਗਾ, ਵੇਖ ਲਾਂਗੇ ਧੋਖਾ ਕਰਨ ਵਾਲੇ ਜਿੱਤਦੇ ਨੇ ਕਿ ਸੱਚ ਦੀ ਜਿੱਤ ਹੁੰਦੀ ਹੈ। ਖਾਲਸਿਓ, ਅੱਜ ਤੁਹਾਡੀ ਇਸ ਸ਼ਸਤਰ ਵਿੱਦਿਆ ਦੀ ਬਹੁਤ ਵੱਡੀ ਪਰਖ ਹੈ। ਅੱਜ ਤੁਹਾਡੇ ਕੋਲ ਕਿਲਾ ਨਹੀਂ, ਇਹ ਜੰਗ ਅੱਜ ਤੁਹਾਡੀ ਮੈਦਾਨੀ ਜੰਗ ਹੋਏਗੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਹੁਕਮ ਦੇ ਕੇ ਰਣਜੀਤ ਨਗਾਰਾ ਵਜਵਾ ਦਿੱਤਾ। ਉਹਦਾ ਭਾਵ ਸੀ ਜੰਗ ਦੀ ਤਿਆਰੀ ਹੋਈ। 5000 ਇੱਕ ਉਮਰਾਵ, ਸੈਦਾ ਬੇਗ ਜਿਸੀ ਕੋ ਨਾਵ। ਪਾਤਸ਼ਾਹ ਦੇ ਆਦੇਸ਼ ਨਾਲ ਫੌਜਾਂ ਦੂਰ ਦੂਰ ਖਿਲਰ ਗਈਆਂ। ਗੁਰੂ ਕੇ ਸਿੱਖ 10-10 20-20 ਦੇ ਜੋੜੇ ਬਣਾ ਕੇ ਦੂਰ ਦੂਰ ਤੱਕ ਹੋ ਗਏ। 4 ਛਪੇਰੇ ਦੂਰ ਤੱਕ ਫੈਲਣਾ ਜ਼ਰੂਰੀ ਸੀ। 1 ਕਿਲੋਮੀਟਰ ਤੱਕ ਗੁਰੂ ਦੇ ਸਿੱਖ 10-10 20-20 ਦੇ ਗਰੁੱਪ ਬਣਾ ਕੇ ਦੂਰ ਹੋ ਗਏ। ਪਾਤਸ਼ਾਹ ਨੇ ਜੰਗ ਦੀ ਉਸੇ ਜਗ੍ਹਾ ਤੇ ਤਿਆਰੀ ਕੀਤੀ। ਤਿੰਨ ਸਤਿਗੁਰ ਦਿਸ਼ ਦ੍ਰਿਸ਼ਟ ਚਲਾਈ, ਤਤ ਛਿਨ ਹਿਰਦੈ ਸੋ ਮਤ ਹੋਏ ਆਈ। ਇੰਨੇ ਨੂੰ ਦੁਸ਼ਮਣ ਦੀ ਫੌਜ ਚੜ੍ਹਾਈ ਕਰਕੇ ਆ ਗਈ। ਜਾਂ ਅਲੀ ਦੇ ਨਾਅਰੇ ਲੱਗਣ ਲੱਗੇ। ਉਹਨਾਂ ਨੂੰ ਵੀ ਪਤਾ ਲੱਗ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਖਾਲਸੇ ਡਟ ਗਏ ਨੇ। ਦੋਵਾਂ ਦਿਸ਼ਾ ਤੋਂ ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਇੱਕ ਦੂਜੇ ਉੱਤੇ ਤਫੰਗ, ਜਲਵਬਣੀ ਦਾ ਅਰਥ ਹੁੰਦਾ ਬੰਦੂਕਾਂ, ਗੋਲੀਆਂ ਚੱਲਣ ਲੱਗੀਆਂ। ਤੀਰ ਤੇ ਤਫੰਗ ਸ਼ੁਰੂ ਹੋ ਗਏ। ਜਾਗ ਪਰ ਪੂਰਬਲੇ ਭਾਗਾ, ਸੁਪਤ ਉਠਿਓ ਜਿਮ ਲਗ ਅਨੁਰਾਗਾ। ਭਾਈ ਸੰਤੋਖ ਸਿੰਘ ਲਿਖਦੇ, ਇਹਨਾਂ ਫੌਜਾਂ ਦੀ ਅਗਵਾਈ ਕਰ ਰਹੇ ਦੋਵੇਂ ਜਰਨੈਲ ਆਪੋ ਆਪਣੀਆਂ ਫੌਜਾਂ ਲੈ ਕੇ ਆਏ, ਅਲਫ ਖਾਨ ਔਰ ਸੈਦਾ ਵੇਗ। ਸੈਦਾ ਵੇਗ ਦੇ ਅੰਦਰ ਇੱਕ ਭਾਵਨਾ ਪੈਦਾ ਹੋਈ। ਇਸ ਫੌਜ ਦੀ ਅਗਵਾਈ ਕਰਨ ਵਾਲੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪਹਾੜੀ ਇੰਨੀਆਂ ਗੱਲਾਂ ਕਰਦੇ ਨੇ, ਵੇਖਾਂ ਤਾਂ ਸਹੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਕੌਣ ਨੇ। ਭਖਦੀ ਹੋਈ ਜੰਗ ਵਿੱਚ ਸੈਦ ਖਾਨ ਦੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭ ਰਹੀਆਂ ਨੇ। ਸੈਦਾ ਵੇਗ ਨਜ਼ਰਾਂ ਫੇਰ ਰਿਹਾ। ਸਾਰੇ ਸਿੰਘ ਇੱਕੋ ਹੀ ਕੇਸਰੀ ਨੀਲੇ ਬਾਣੇ ਵਿੱਚ ਨਜ਼ਰ ਆਉਂਦੇ ਨੇ। ਅੰਦਰ ਮਨ ਵਿੱਚ ਇੱਛਾ ਹੈ, ਮੈਂ ਵੇਖ ਤਾਂ ਲਵਾਂ ਗੁਰੂ ਗੋਬਿੰਦ ਸਿੰਘ ਹੈ ਕੌਣ। ਜੇ ਤਕ ਚਮੂ ਕਹਿ ਮੈਂ ਹੁਤੀ, ਸਭ ਕੀ ਆਪਨ ਸੰਗ ਕਰ ਮਤੀ। ਕਹਿੰਦੇ ਪੂਰੀ ਜੰਗ ਵਿੱਚ ਕਿਸੇ ਦਾ ਧਿਆਨ ਹੈ ਦੁਸ਼ਮਣ ਨੂੰ ਮਾਰਾਂ, ਕਿਸੇ ਦਾ ਧਿਆਨ ਹੈ ਉਹਦਾ ਨਿਸ਼ਾਨਾ ਲੈ ਲਾਂ, ਕੋਈ ਕਹਿੰਦਾ ਉਹਨੂੰ ਘੋੜੇ ਸਮੇਤ ਮਾਰਦਾ। ਪਰ ਸੈਦਾ ਵੇਗ ਦਾ ਧਿਆਨ ਜਿਹੜਾ ਉਹ ਨਜ਼ਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭ ਰਹੀਆਂ। ਕੌਣ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਸ ਤਰ੍ਹਾਂ ਦੇ ਦਿਸਦੇ ਹੋਣਗੇ। ਉਹ ਵਾਰ-ਵਾਰ ਜੰਗ ਵਿੱਚ ਘੋੜਾ ਇੱਧਰ ਉੱਧਰ ਘੁਮਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਣਾ ਚਾਹੁੰਦਾ ਹੈ। ਕਿਸੇ ਇੱਕ ਉੱਤੇ ਵੀ ਸੈਦਾ ਵੇਗ ਨੇ ਆਪਣੇ ਵੱਲੋਂ ਹਮਲਾ ਨਹੀਂ ਕੀਤਾ। ਤਲਵਾਰ ਉਹਨੇ ਹੱਥ ਵਿੱਚ ਜ਼ਰੂਰ ਪਕੜੀ ਹੈ, ਪਰ ਨਜ਼ਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭ ਰਹੀਆਂ ਨੇ। ਸਾਧ ਸੰਗਤ, ਜਿਹੜੀਆਂ ਅੱਖਾਂ ਗੁਰੂ ਨੂੰ ਲੱਭਣ, ਗੁਰੂ ਵੀ ਉਹਨੂੰ ਲੱਭ ਲੈਂਦਾ। ਜੇ ਕਿਸੇ ਦੀ ਨਜ਼ਰ ਵਿੱਚ ਤੰਗ ਹੋਵੇ ਨਾ ਸਾਧ ਸੰਗਤ, ਫਿਰ ਗੁਰੂ ਵੀ ਉਹਦੇ ਤੱਕ ਪਹੁੰਚ ਕਰਦਾ। ਇਹ ਗੁਰੂ ਦੇ ਨਾਲ ਸੁਰਤੀ ਦਾ ਸੰਬੰਧ ਹੈ। ਜਿਨ੍ਹਾਂ ਦੇ ਅੰਦਰ ਵੇਖਣ ਦੀ ਤੰਗ ਪੈਦਾ ਹੋਈ, ਨਾਨਕ ਸੇ ਅੱਖੜੀਆਂ ਵਿਅਨ ਜਿਨੀ ਡਿਸੰਦੋ ਮਾਂ ਪੀਰੀ। ਉਹ ਵਿਰਲੀਆਂ ਅੱਖਾਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਨੂੰ ਵੇਖਣ ਦੀ ਤੰਗ ਪੈਦਾ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੁੰਦੀ ਕਿ ਗੁਰੂ ਦੇ ਦਰਸ਼ਨ ਕਿਵੇਂ ਕਰਨੇ। ਸਤਿਗੁਰੂ ਬਚਨ ਕਹੇ, ਭਾਈ ਗੁਰੂ ਦੇ ਦਰਸ਼ਨ ਕਰਨ ਲੱਗਿਆਂ ਤੇਰੀਆਂ ਅੱਖਾਂ ਪਤਾ ਕਿਸ ਤਰ੍ਹਾਂ ਟਿਕੀਆਂ ਹੋਣੀਆਂ ਚਾਹੀਦੀਆਂ ਨੇ। ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਕਹਿੰਦੇ ਇਸ ਤਰ੍ਹਾਂ ਜਿਉਂ ਬਿਲਕ ਮੁਸਾਈ। ਜਿਵੇਂ ਭਾਈ ਬਿੱਲੀ ਦੀਆਂ ਅੱਖਾਂ ਚੂਹਾ ਵੇਖ ਕੇ ਟਿਕੀਆਂ ਰਹਿੰਦੀਆਂ ਨੇ ਇੱਕ ਜਗ੍ਹਾ ਤੇ, ਐਦਾਂ ਤੇਰੀ ਨਜ਼ਰ ਗੁਰੂ ਤੇ ਟਿਕੀ ਹੋਣੀ ਚਾਹੀਦੀ ਹੈ। ਇੱਧਰ ਉੱਧਰ ਧਿਆਨ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਨਮਸਕਾਰ ਕਰੋ ਤਾਂ ਇਹਨਾਂ ਅੱਖਾਂ ਨਾਲ ਬਾਹਰੀ ਤੌਰ ਤੇ ਰੱਜ ਕੇ ਗੁਰੂ ਦੇ ਦਰਸ਼ਨ ਕਰਿਆ ਕਰੀਏ। ਬਾਹਰੀ ਤੌਰ ਤੇ ਕਿਸੇ ਬੰਦੇ ਨੂੰ ਕਿੰਨਾ ਚਿਰ ਆਪਾਂ ਵੇਖੀ ਤੇ ਅੱਖਾਂ ਨਾਲ ਕਿਤੇ ਵੇਖਿਆ ਲੱਗਦਾ, ਇਹੋ ਜਿਹਾ ਬੰਦਾ ਵੇਖਿਆ ਕਿਤੇ ਕਿੰਨੇ ਮਿੰਟ ਅੱਖਾਂ ਨਾਲ ਵੇਖ ਕੇ ਉਹਦੇ ਬਾਰੇ ਸੋਚਦੇ ਹੋ। ਕਦੇ ਵਿਚਾਰ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਖਲੋ ਕੇ ਜਦੋਂ ਆਪਾਂ ਕਰੀਦੇ, ਕਿ ਇੰਨੀ ਨਜ਼ਰ ਭਰ ਕੇ ਵੇਖੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ। ਭਾਵੇਂ ਪਾਤਸ਼ਾਹ ਦੇ ਉੱਪਰ ਰੁਮਾਲੇ ਨੇ, ਪਰ ਸਾਧ ਸੰਗਤ ਇਹ ਵੀ ਭਰਮ ਨਹੀਂ ਹੋਣਾ ਚਾਹੀਦਾ ਵੀ ਰੁਮਾਲਾ ਚੁੱਕ ਕੇ ਦਰਸ਼ਨ ਕਰਨੇ ਨੇ। ਤੁਹਾਡੇ ਅੰਦਰ ਭਾਵਨਾ ਪੈਦਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਗੁਰੂ ਦਾ ਸਿੱਖ ਹੈ, ਨਜ਼ਰ ਭਰ ਕੇ ਇੱਕ ਪਲ ਵਾਸਤੇ ਗੁਰੂ ਨੂੰ ਵੇਖੇ ਤੇ ਸਾਧ ਸੰਗਤ ਤੇ ਸੱਚ ਹੈ, ਇਹਨਾਂ ਅੱਖਾਂ ਦੀ ਮੈਲ ਗੁਰੂ ਦੇ ਦਰਸ਼ਨ
ਤੇ ਉਤਰਦੀ ਹੈ। ਬਾਕੀਆਂ ਨੂੰ ਵੇਖਿਆ ਤਾਂ ਮੈਲ ਹੀ ਲੱਗਦੀ ਹੈ, ਕਿਸੇ ਨੂੰ ਵੇਖੀਏ ਈਰਖਾ ਪੈਦਾ ਹੁੰਦੀ ਹੈ, ਕਿਸੇ ਨੂੰ ਵੇਖੀਏ ਕ੍ਰੋਧ ਪੈਦਾ ਹੁੰਦਾ ਹੈ, ਕਿਸੇ ਵੱਲ ਵੇਖੀਏ ਵਿਕਾਰ ਪੈਦਾ ਹੁੰਦੇ ਨੇ। ਪਰ ਸਾਧ ਸੰਗਤ ਗੁਰੂ ਵੱਲ ਇਹ ਨਜ਼ਰਾਂ ਅੱਖਾਂ ਵੇਖਣ ਤਾਂ ਇਹ ਸੱਚ ਹੈ, ਇਹਨਾਂ ਅੱਖਾਂ ਦੀ ਮੈਲ ਉਤਰਦੀ ਹੈ। ਪਰ ਗੁਰੂ ਨੂੰ ਦੇਖਣ ਦਾ ਢੰਗ ਤਰੀਕਾ ਹੋਵੇ, ਭਾਵਨਾ ਅੰਦਰ ਪੈਦਾ ਹੋਵੇ। ਇਹ ਨਹੀਂ ਵੇ ਕਾਲੀ ਕਾਲੀ ਆਏ, ਮੱਥਾ ਟੇਕਿਆ, ਆਪਣੀ ਗੱਲ ਕਹੀ ਤੇ ਆਪਾਂ ਘੁੰਮ ਕੇ ਚਲੇ ਗਏ, ਗੁਰੂ ਨਾਲ ਨਜ਼ਰ ਹੀ ਨਹੀਂ ਮਿਲਾਈ। ਤੁਹਾਨੂੰ ਇਹ ਅੰਤਰ ਧਿਆਨ ਹੋ ਕੇ ਸਿੱਖ ਮੱਥਾ ਟੇਕੇ। ਅੱਜ ਦੇਖੋ ਹੈ ਤਾਂ ਦੁਸ਼ਮਣ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਉੱਤੇ ਫੌਜ ਦਾ ਹੱਲਾ ਕਰਨ ਆਇਆ, ਪਰ ਸਾਧ ਸੰਗਤ ਅੰਦਰ ਭਾਵਨਾ ਪੈਦਾ ਹੋ ਗਈ ਵੀ ਵੇਖਾਂ ਤਾਂ ਸਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੇ ਨੇ। ਇਹਨਾਂ ਸਿੱਖਾਂ ਵਿੱਚ ਇੱਕੋ ਹੀ ਨੀਲਾ ਕੇਸਰੀ ਬਾਣਾ ਸਭ ਨੇ ਪਹਿਨੇ, ਜੰਗ ਜੂਝ ਰਹੇ ਨੇ, ਹੱਥ ਵਿੱਚ ਤਲਵਾਰ ਹੈ, ਸੈਦਾ ਵੇਖਦੇ, ਘੋੜਾ ਇੱਧਰ ਉੱਧਰ ਘੁਮਾਉਂਦਾ, ਅੰਦਰ ਇੱਕੋ ਇੱਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖਾਂ ਕਿਹੋ ਜਿਹੇ ਨੇ, ਕੌਣ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਜਦੋਂ ਇੱਦਾਂ ਭਾਵਨਾ ਜੰਗ ਵਿੱਚ ਚੱਲੀ, ਸਾਧ ਸੰਗਤ ਗੁਰੂ ਦੇ ਅੰਦਰ ਵੀ ਉਹ ਕੁਝ ਵਰਤ ਗਿਆ। ਕਿਉਂ? ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਘੋੜੇ ਨੂੰ ਅੱਡੀ ਲਾਈ, ਕਲਗੀਧਰ ਪਾਤਸ਼ਾਹ ਵੀ ਘੋੜਾ ਅੱਗੇ ਧੁਆ ਕੇ ਆ ਗਏ। ਸਾਧ ਸੰਗਤ ਜਦੋਂ ਘੋੜੇ ਨੂੰ ਧੁਆਇਆ, ਭਾਵ ਤੋਰਿਆ ਅੱਗੇ, ਤੇ ਪਾਤਸ਼ਾਹ ਵੀ ਲਗਾਮ ਖਿੱਚ ਕੇ ਉੱਧਰ ਜਾ ਰਹੇ ਨੇ ਜਿੱਧਰ ਸੈਦ ਖਾਂ ਦੀਆਂ ਅੱਖਾਂ ਲੱਭ ਰਹੀਆਂ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧੇ ਜਾ ਕੇ ਸੈਦ ਖਾਂ ਦੇ ਸਨਮੁਖ ਹੋਏ। ਜੇ ਤਕ ਹੁਤੀ ਸ਼ਾਦਿਸ਼ ਕੇਰੀ, ਸਭ ਕੋ ਤਿਆਗ ਕੀਨ ਤਿਸ ਬੇਰੀ। ਸੈਦਾ ਵੇਗ ਦੇ ਸਾਹਮਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਲੋ ਗਏ। ਜਦੋਂ ਉਹਨੇ ਦੀਦਾਰ ਪਾਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਨਜ਼ਰਾਂ ਖੋਲ ਕੇ ਸਿੱਧੀ ਦ੍ਰਿਸ਼ਟੀ ਸੈਦ ਖਾਂ ਤੇ ਪਾਈ। ਅੱਖਾਂ ਨਾਲ ਅੱਖਾਂ ਮਿਲੀਆਂ ਔਰ ਪੂਰੇ ਗੁਰੂ ਦੀ ਪੂਰੀ ਕਿਰਪਾ ਵਰਤ ਗਈ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਫਿਰ ਦੇਖਦਿਆਂ ਸਾਰ ਉਹਦਾ ਸਾਰਾ ਘਮੰਡ ਖਤਮ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੇਖਦਿਆਂ, ਨਜ਼ਰ ਮਿਲਦਿਆਂ ਸਾਰ ਐਂ ਲੱਗਾ ਉਹਦਾ ਸਰੀਰ ਮਿੱਟੀ ਹੋ ਗਿਆ ਹੋਵੇ। ਇਸ ਤਰ੍ਹਾਂ ਲੱਗਾ ਉਹਨੂੰ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ। ਨਜ਼ਰ ਮਿਲਦਿਆਂ ਉਹਨੂੰ ਕਈ ਸੂਰਜਾਂ ਜਿੰਨਾ ਪ੍ਰਕਾਸ਼ ਨਜ਼ਰ ਆਇਆ। ਜਿਹੜਾ ਰੂਪ ਉਹ ਵੇਖਣਾ ਚਾਹੁੰਦਾ ਸੀ, ਕਲਗੀਧਰ ਪਾਤਸ਼ਾਹ ਨੇ ਉਹੀਓ ਰੂਪ ਵਿਖਾ ਦਿੱਤਾ। ਹੁਣ ਸੈਦਾ ਵੇਗ ਸੋਚੀ ਪੈ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ ਵੱਲ ਵੇਖਦਾ, ਜੰਗ ਛੱਡ ਕੇ ਦਿਲ ਕਰਦਾ ਗੁਰੂ ਦੇ ਚਰਨਾਂ ਵਿੱਚ ਝੁਕ ਜਾਵਾਂ। ਪ੍ਰਥਕ ਹੋ ਹੈ ਦੁੰਦਬ ਬਜਵਾਇਓ, ਸਣੇ ਸਣੇ ਸੰਗਰਾਮ ਮਚਾਇਓ। ਤਾਂ ਭਾਈ ਸੰਤੋਖ ਸਿੰਘ ਲਿਖਦੇ, ਉਸੇ ਵਕਤ ਉਸ ਸੈਦਾ ਵੇਗ ਨੇ ਆਪਣੀ ਨੀਤੀ ਬਦਲ ਲਈ। ਉਹਨੇ ਆਪਣੀਆਂ ਫੌਜਾਂ ਨੂੰ ਜਿਤਕ ਹੁਤੀ ਸ਼ਾਦਿਸ ਕੇਰੀ, ਸਭ ਕੋ ਤਿਆਗ ਕੀਨ ਤਿਸ ਵੇਰੀ। ਜਿੰਨੀ ਅਲਫ ਖਾਂ ਦੀ 5000 ਫੌਜ ਸੀ, ਉਹਦੇ ਵਿੱਚੋਂ ਆਪਣੀ ਫੌਜ ਵੱਲ ਉਹਨੇ ਵੇਖ ਕੇ ਐਲਾਨ ਕੀਤਾ, ਮੇਰੀਆਂ ਫੌਜਾਂ ਸੱਜੇ ਹੋ ਜਾਣ, ਮੇਰੀਆਂ ਫੌਜਾਂ ਸੱਜੀ ਦਿਸ਼ਾ ਵੱਲ ਹੋ ਜਾਣ। ਆਵਾਜ਼ ਦੇ ਕੇ ਕਿਹਾ, ਉਹਦੀਆਂ ਫੌਜਾਂ ਦਿਸ਼ਾ ਬਦਲ ਗਈਆਂ, ਸੱਜੇ ਪਾਸੇ ਹੋ ਗਏ। ਲੜਦਿਆਂ ਲੜਦਿਆਂ ਉਹਦੀ ਫੌਜ ਇੱਕ ਪਾਸੇ ਹੋ ਗਈ। ਐਂ ਲੱਗਾ ਜਿਵੇਂ ਸੈਦਾ ਵੇਗ ਨੇ ਜੰਗ ਤਿਆਗ ਦਿੱਤੀ ਹੋਵੇ। ਜਬ ਕਮੰਡ ਕੀ ਮਚੀ ਲੜਾਈ, ਜਵਾਲਾ ਬਮਣੀ ਬ੍ਰਿੰਦ ਚਲਾਈ। ਦੂਜੇ ਪਾਸੇ ਕਮਸਾਨ ਦੀ ਜੰਗ ਮਚੀ ਹੋਈ ਹੈ, ਤੀਰਾਂ ਤਲਵਾਰਾਂ ਨਾਲ ਜੰਗ ਹੋ ਰਹੀ ਹੈ। ਜਵਾਲਾ ਬਮਣੀ ਭਾਵ ਬੰਦੂਕਾਂ ਚੱਲ ਰਹੀਆਂ ਨੇ, ਕੜਾਕੜ ਹੋ ਰਹੀ ਹੈ। ਯੋਧੇ ਡਿੱਗ ਰਹੇ ਨੇ ਘੋੜਿਆਂ ਤੋਂ, ਕਈ ਘੋੜੇ ਸਮੇਤ ਡਿੱਗ ਰਹੇ ਨੇ, ਸ਼ਹਾਦਤ ਦਾ ਜਾਮ ਪੀ ਰਹੇ ਨੇ। ਸਾਹਮਣੇ ਤੁਰਕਾਂ ਦੀ ਫੌਜ ਵੀ ਬੜੀ ਵੱਡੀ ਗਿਣਤੀ ਵਿੱਚ ਮਰ ਰਹੀ ਸੀ। ਫੇਰ ਹੈਨ ਕੋ ਸਿੰਘ ਪ੍ਰਹਾਰੈ, ਤਥਾ ਤੁਰਕ ਸਨਮੁਖ ਹਵੈ ਮਾਰੈ। ਤਾਂ ਭਾਈ ਸੰਤੋਖ ਸਿੰਘ ਲਿਖਦੇ, ਉਹਨੇ ਆਪਣੀ 5000 ਫੌਜ ਆਵਾਜ਼ ਦੇ ਕੇ ਇੱਕ ਦਿਸ਼ਾ ਵਿੱਚ ਕਰ ਲਈ। ਮਨ ਨੂੰ ਜੰਗ ਤੋਂ ਬਾਗੀ ਹੋ ਗਿਆ। ਅਲਫ ਖਾਂ ਦੀ ਕਮਜ਼ੋਰੀ ਹੋਰ ਵੱਧ ਗਈ। 5000 ਉੱਤੇ ਫਿਰ ਖਾਲਸੇ ਬਹੁਤ ਭਾਰੀ ਪੈ ਗਏ। ਦੜਾ ਦੜ ਉਸ ਧਰਤੀ ਉੱਤੇ ਦੁਸ਼ਮਣ ਨੂੰ ਸਿੱਖ ਮਾਰਨ ਲੱਗੇ। ਸੋ ਭੱਟ ਤੁਰੰਗ ਅੰਗ ਲਗ ਗੋਰੀ, ਗਿਰੈ ਧਰਨ ਪਰ ਮੁਖ ਨਹਿ ਮੋਰੀ। ਭਾਈ ਸੰਤੋਖ ਸਿੰਘ ਲਿਖਦੇ, ਸੋ ਭੱਟ ਤੁਰੰਗ ਅੰਗ ਲਗ ਗੋਰੀ। ਕਹਿੰਦੇ ਘੋੜੇ ਸਮੇਤ ਕਈਆਂ ਦੇ ਗੋਲੀ ਲੱਗਦੀ, ਉਹ ਘੋੜੇ ਤੋਂ ਡਿੱਗ ਰਹੇ ਨੇ।
ਕਈਆਂ ਦੇ ਯੋਧਿਆਂ ਤੋਂ ਘੋੜੇ ਖਾਲੀ ਹੋ ਗਏ ਨੇ, ਉਹ ਮੈਦਾਨੇ ਜੰਗ ਅੰਦਰ ਡਿੱਗੇ ਹੋਏ ਘਾਇਲ ਬੰਦਿਆਂ ਤੋਂ ਘੋੜੇ ਲੰਘ ਰਹੇ ਨੇ। ਹਲਾਹੂਲ ਜੰਗ ਮਚੀ ਹੋਈ ਹੈ। ਕਲਗੀਧਰ ਪਾਤਸ਼ਾਹ ਵੇਖ ਰਹੇ ਨੇ, ਧਰਤੀ ਤੇ ਕਈ ਡਿੱਗ ਗਏ ਨੇ। ਗੁਰੂ ਦੇ ਸਿੱਖਾਂ ਵਿੱਚੋਂ ਵੀ ਕਈ ਸਿੱਖ ਸ਼ਹੀਦ ਹੋਏ ਨੇ। ਦੇਸ਼ ਦੋਇਨ ਤੇ ਟਿਕੀ ਲੜਾਈ, ਅਬ ਲੋਕੈਂ ਥਿਰ ਹੋਏ ਗੁਸਾਈ। ਕਹਿੰਦੇ ਦੋਵਾਂ ਦਿਸ਼ਾਵਾਂ ਤੋਂ ਜੰਗ ਟਿਕ ਗਈ ਹੈ। ਭਾਵ ਬਹੁਤ ਭਾਰੇ ਪੈ ਗਏ ਨੇ, ਗੁਰੂ ਦੇ ਸਿੱਖ ਵੀ ਐਨ ਪਹਿਰ ਜੰਮ ਗਏ ਨੇ। ਇੱਕ ਪਾਸਾ ਫੌਜ ਤੁਰਕਾਂ ਦੀ ਨਿਕਲ ਗਈ ਹੈ, ਸਿੱਖਾਂ ਦਾ ਜ਼ੋਰ ਵਧਣ ਲੱਗਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਸਾਈ ਮਾਲਕ ਇੱਕ ਪਾਸੇ ਖਲੋਤੇ ਵੇਖ ਰਹੇ ਨੇ। ਪਾਤਸ਼ਾਹ ਨੇ ਇੱਕ ਵੀ ਤੀਰ ਇਸ ਜੰਗ ਵਿੱਚ ਨਹੀਂ ਚਲਾਇਆ। ਨਹੀਂ ਪ੍ਰਹਾਰ ਸਰਨ ਕੋ ਕਰੈ, ਗਾਡੇ ਹੋਏ ਖਾਲਸਾ ਲਰੈ। ਤਾਂ ਭਾਈ ਸੰਤੋਖ ਸਿੰਘ ਲਿਖਦੇ, ਸੈਦਾ ਵੇਗ ਦੀ ਮਨ ਦੀ ਦਿਸ਼ਾ ਹੀ ਬਦਲ ਗਈ। ਇੱਕ ਪਾਸੇ ਖਲੋਤਾ ਜੰਗ ਤੋਂ ਬਾਗੀ ਹੋ ਗਿਆ, ਉਹਨੇ ਆਪਣੀਆਂ ਫੌਜਾਂ ਹਟਾ ਲਈਆਂ, ਸਭ ਨੂੰ ਰੁਕਣ ਵਾਸਤੇ ਕਹਿ ਦਿੱਤਾ। ਇੱਕ ਦਿਸ਼ ਲਿਜਾ ਕੇ ਫੌਜ ਰੋਕ ਦਿੱਤੀ। ਖਾਲਸਿਆਂ ਦਾ ਪ੍ਰਹਾਰ ਭਾਰਾ ਪਿਆ, ਪਰ ਉਦੋਂ ਤਾਂ ਹੈਰਾਨੀ ਦੀ ਹੱਦ ਨਾ ਰਹੀ। ਪਤਾ ਨਹੀਂ ਸੈਦਾ ਵੇਗ ਨੂੰ ਕੀ ਹੋ ਗਿਆ। ਕਿਤ ਕਬੀਰ ਜਬ ਲਰਤ ਬਿਤਾਈ, ਸੈਦਾ ਬੇਗ ਚਹਿ ਸ਼ਰਨਾਈ। ਕਹਿੰਦੇ ਸੈਦਾ ਵੇਗ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਇੱਛਾ ਪ੍ਰਗਟਾਉਣ ਲੱਗਾ। ਫਿਰ ਉਹਨੇ ਕਿਹਾ ਜੰਗ ਮਚੀ ਹੋਈ ਹੈ, ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਕਿਵੇਂ ਜਾਵਾਂ, ਪਹਿਲਾਂ ਗੁਰੂ ਦੀ ਸੇਵਾ ਹੀ ਕਰ ਲਈਏ। ਇਹਨੇ ਇੱਕ ਦੇਸ਼ ਤੋਂ ਕੀਤੀ ਹੋਈ ਵੱਖ ਫੌਜ ਆਪਣੀ ਫੌਜ ਨੂੰ ਉਲਟਾ ਤੁਰਕਾਂ ਉੱਤੇ ਹੱਲਾ ਬੋਲਣ ਦਾ ਆਦੇਸ਼ ਦੇ ਦਿੱਤਾ। ਸਮੇਤ ਫੌਜਾਂ ਖੁਦ ਸੈਦਾ ਵੇਗ ਅਲਫ ਖਾਂ ਦੀ ਫੌਜ ਤੇ ਟੁੱਟ ਪਿਆ। ਅਜ ਤੁਰਕਨ ਕੇ ਦਲ ਕੋ ਸਾਥ, ਮਿਲਿਓ ਖਾਲਸੇ ਸਨ ਕਹਿ ਗਾਥ। ਸੈਦਾ ਵੇਗ ਦੇ ਮਨ ਚ ਆਇਆ, ਕਹਿੰਦਾ ਜੰਗ ਜੀਤ ਕੇ ਮਿਲ ਹੋ ਫੇਰ, ਇਮਕੇ ਮਿਲ ਕਰ ਭਇਓ ਦਲੇਰ। ਕਹਿੰਦਾ ਜੰਗ ਜਿੱਤ ਕੇ ਹੁਣ ਗੁਰੂ ਨੂੰ ਮਿਲਾਂਗਾ, ਮੈਂ ਗੁਰੂ ਦੀ ਦਿਸ਼ ਤੋਂ ਲੜਾਂਗਾ। ਗੁਰੂ ਦਿਸ਼ਾ ਵੱਲੋਂ ਇਹਨੇ ਆਪਣੀਆਂ ਫੌਜਾਂ ਲੈ ਕੇ ਉਲਟਾ ਤੁਰਕਾਂ ਉੱਤੇ ਹੱਲਾ ਬੋਲ ਦਿੱਤਾ। ਹੁਣ ਤੁਰਕਾਂ ਦੇ ਭੈ ਰੁੱਖੜ ਗਏ, ਉਹ ਫੌਜਾਂ ਪਿਛਲ ਖੁਰੀਆਂ ਹਟਣ ਲੱਗੀਆਂ। ਸਿੰਘਣ ਤੇ ਆਗੇ ਹੋਏ ਲਰਿਓ, ਗਣ ਤੁਰਕਨ ਕੋ ਮਾਰਨ ਕਰਿਓ। ਤੁਰਕਾਂ ਦੇ ਸਮੂਹ ਨੂੰ ਮਾਰ ਭਜਾਇਆ। ਅੱਧ ਨਾਲੋਂ ਵੱਧ ਫੌਜ ਅਲਫ ਖਾਨ ਦੀ ਮਾਰ ਦਿੱਤੀ ਗਈ। ਸਾਧ ਸੰਗਤ ਜਦੋਂ ਉਹਨੇ ਵੇਖਿਆ ਲਾਸ਼ਾਂ ਦੇ ਢੇਰ ਲੱਗ ਰਹੇ ਨੇ, ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਹੈਰਾਨ ਹੋ ਗਿਆ, ਜਿਹੜਾ ਲਾਹੌਰ ਤੋਂ ਮੇਰੇ ਨਾਲ ਚੱਲ ਰਿਹਾ, ਇੱਥੇ ਆ ਕੇ ਮੇਰੇ ਵਿਪਰੀਤ ਕਿਵੇਂ ਲੜਨ ਲੱਗ ਪਿਆ। ਇਹ ਸਭ ਕੁਝ ਸੋਚ ਕੇ ਅਲਫ ਖਾਨ ਫੌਜਾਂ ਲੈ ਕੇ ਪਿੱਛੇ ਹਟਿਆ। ਅਲਫ ਖਾਨ ਪਿਖ ਕਰ ਵਿਪਰੀਤ, ਸਾਥੀ ਫਟਿਓ ਕਹਾਂ ਅਬ ਜੀਤ। ਉਹਦੇ ਮਨ ਚ ਆਇਆ ਵੀ ਮੇਰਾ ਸਾਥੀ ਫਟ ਗਿਆ, ਮੇਰੇ ਨਾਲੋਂ ਅੱਧੀ ਫੌਜ ਟੁੱਟ ਗਈ, ਉਲਟਾ ਦੂਜੇ ਪਾਸਿਓਂ ਮੇਰੇ ਤੇ ਲੜਨ ਲੱਗ ਪਿਆ। ਹੁਣ ਅਲਫ ਖਾਨ ਦੇ ਮਨ ਚ ਆਇਆ ਜਿੱਤ ਨਹੀਂ ਸਕਦਾ, ਜੰਗ ਜਿੱਤਣੀ ਅਸੰਭਵ ਹੈ, ਇਹ ਹੋ ਹੀ ਨਹੀਂ ਸਕਦਾ ਮੈਂ ਜਿੱਤ ਜਾਂ। ਅੱਧ ਨਾਲੋਂ ਵੱਧ ਉਹਦੀ ਫੌਜ ਮਾਰੀ ਗਈ। ਡਰਦਾ ਹੋਇਆ ਅਲਫ ਖਾਨ ਆਪਣੀਆਂ ਫੌਜਾਂ ਲੈ ਕੇ ਪਿੱਛੇ ਹਟ ਗਿਆ। ਮਨ ਦੇ ਅੰਦਰ ਡਰ ਆਇਆ, ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੈਦਾ ਵੇਗ ਨੂੰ ਕੀ ਕਰ ਦਿੱਤਾ, ਉਲਟੀਆਂ ਫੌਜਾਂ ਮੇਰੇ ਖਿਲਾਫ ਹੋ ਗਈਆਂ। ਇਹ ਨਾ ਹੋਵੇ ਅਲਫ ਖਾਨ ਨੇ ਸੋਚਿਆ ਕਿਤੇ ਮੈਨੂੰ ਮਾਰ ਮੁਕਾਣ। ਡਰਦੇ ਨੇ ਫੌਜ ਪਿੱਛੇ ਹਟਾਉਣ ਲਈ ਹੁਕਮ ਦੇ ਦਿੱਤਾ। ਸਣੇ ਸਣੇ ਨਿਜ ਸੈਨ ਹਟਾਈ, ਤਉ ਖਾਲਸਾ ਮਾਰਤ ਜਾਈ। ਕਹਿੰਦੇ ਉਹਨੇ ਫੌਜ ਪਿੱਛੇ ਹਟਾਈ, ਪਰ ਖਾਲਸਾ ਇੰਨੇ ਜੋਸ਼ ਵਿੱਚ ਵੱਧਦਾ ਜਾ ਰਿਹਾ ਸੀ। ਭੱਜਦੇ ਭੱਜਦੇ ਅਲਫ ਖਾਨ ਦੀਆਂ ਫੌਜਾਂ ਨੂੰ ਘਾਇਲ ਕਰ ਦਿੱਤਾ। ਅੱਧ ਨਾਲੋਂ ਵੱਧ ਮਾਰ ਦਿੱਤੀਆਂ, ਲਾਸ਼ਾਂ ਦੇ ਢੇਰ ਲੱਗ ਗਏ। ਇਹ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੱਕ ਵਿੱਚ ਗਈ। ਸੈਦਾ ਬੇਗ ਸਿੰਘ ਮਿਲ ਸਾਰੇ, ਦੂਰ ਭਜਾਵਤ ਲੱਗ ਬਹੁ ਮਾਰੇ। ਹੁਣ ਗੁਰੂ ਦੇ ਖਾਲਸੇ ਵੀ ਵੇਖ ਰਹੇ ਨੇ ਵੀ ਆਹ ਤਾਂ ਅਚੰਭੇ ਵਾਲੀ ਗੱਲ ਹੈ ਨਾ, ਵੀ ਜਿਹੜਾ ਸਾਡੇ ਨਾਲ ਲੜਨ ਆਇਆ ਉਹ ਸਾਡੇ ਵੱਲੋਂ ਲੜ ਰਿਹਾ ਹੈ, ਜਿਹੜਾ ਸਾਡੇ ਉੱਤੇ ਹਮਲਾ ਬੋਲ ਰਿਹਾ ਹੈ ਉਲਟਾ ਸਾਡੇ ਵੱਲੋਂ ਲੜਨ ਲੱਗ ਪਿਆ। ਤੁਰਕਾਂ ਦੀ ਫੌਜ ਨੂੰ ਖਾਲਸਾ ਔਰ ਸੈਦਾ ਵੇਗ ਦੀਆਂ ਫੌਜਾਂ ਨੇ
ਅਲਫ ਖਾਂ ਨੂੰ ਬੜੀ ਦੂਰ ਤੱਕ ਭਜਾਇਆ, ਸੈਂਕੜੇ ਹਜ਼ਾਰਾਂ ਮਾਰ ਦਿੱਤੇ। ਜਾਨ ਬਚਾ ਕੇ ਅਲਫ ਖਾਂ ਜੰਗ ਛੱਡ ਕੇ ਭੱਜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਜੰਗ ਵਿੱਚ ਜਿੱਤ ਦਰਜ ਹੋਈ। ਲੈ ਕਰ ਫਤਿਹ ਹਟੇ ਪਛਾਤੀ, ਤੁਰਕ ਪੁੰਜ ਕੇ ਬਣ ਕਰ ਘਾਤੀ। ਤਾਂ ਭਾਈ ਸੰਤੋਖ ਸਿੰਘ ਲਿਖਦੇ, ਲੈ ਕਰ ਫਤਿਹ ਹਟੇ ਪਛਾਤੀ, ਫਤਿਹ ਲੈ ਕੇ ਜਿੱਤ ਪ੍ਰਾਪਤ ਕਰਕੇ ਖਾਲਸੇ ਫਿਰ ਪਿੱਛੇ ਮੁੜੇ। ਹੈਰਾਨੀ ਦੀ ਹੱਦ ਨਹੀਂ ਸਿੱਖਾਂ ਦੀ ਕਿ ਇਹ ਸੈਦਾ ਵੇਗ ਕਿਵੇਂ ਬਦਲ ਗਿਆ, ਇਹਦੀਆਂ ਫੌਜਾਂ ਕਿਵੇਂ ਸਾਡੇ ਹੱਕ 'ਚ ਹੋ ਗਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਵੇਖ ਰਹੇ ਨੇ। ਸੈਦਾ ਵੇਗ ਖਾਲਸਿਆਂ ਨਾਲ ਇਹ ਜਿੱਤ ਕਰਕੇ ਵਾਪਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਆ ਰਿਹਾ ਹੈ। ਜਹਾਂ ਖਲੇ ਕਲਗੀ ਧਰ ਧੀਰ, ਔਰ ਪ੍ਰਮੋਦ ਤਰ ਪਹੁੰਚੇ ਤੀਰ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਜੰਗ ਦਾ ਦ੍ਰਿਸ਼ ਵੇਖ ਰਹੇ ਨੇ, ਉੱਥੇ ਪਹੁੰਚ ਗਿਆ ਹੁਣ ਸੈਦਾ ਵੇਗ। ਗੁਰੂ ਦੇ ਖਾਲਸੇ ਵਾਪਸ ਆਏ ਨੇ। ਸਭ ਨੂੰ ਇਹ ਸਵਾਲ ਅੰਦਰ ਖੜਕ ਰਿਹਾ, ਸਾਡੇ ਉੱਤੇ ਹਮਲਾ ਕਰਨ ਵਾਲਾ ਸਾਡੀ ਦਿਸ਼ਾ ਵੱਲ ਕਿਵੇਂ ਆ ਗਿਆ, ਸਾਡੀ ਦਿਸ਼ਾ ਤੋਂ ਕਿਵੇਂ ਲੜਿਆ, ਇੱਕਦਮ ਤੁਰਕਾਂ ਦੇ ਖਿਲਾਫ ਕਿਵੇਂ ਹੋ ਗਿਆ। ਇਹ ਸਵਾਲ ਸਿਰਫ ਗੁਰੂ ਜਾਣਦੇ ਸਨ। ਇਸ ਸਵਾਲ ਦਾ ਜਵਾਬ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪਤਾ ਸੀ। ਇਸ ਸਵਾਲ ਦਾ ਜਵਾਬ ਕਿਸੇ ਸਿੱਖ ਕੋਲ ਨਹੀਂ ਸੀ। ਇੱਥੋਂ ਤੱਕ ਸੈਦਾ ਵੇਗ ਕੋਲ ਵੀ ਇਹਦਾ ਜਵਾਬ ਨਹੀਂ ਸੀ। ਮੈਂ ਤੁਰਕਾਂ ਵੱਲੋਂ ਆਇਆ ਤੇ ਖਾਲਸਿਆਂ ਵੱਲ ਕਿਵੇਂ ਹੋ ਗਿਆ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕਰਨ ਆਇਆ ਤੇ ਉਲਟ ਕਿਵੇਂ ਲੜਨ ਲੱਗ ਪਿਆ। ਇਹਦਾ ਜਵਾਬ ਸੈਦਾ ਵੇਗ ਦੇ ਕੋਲ ਵੀ ਨਹੀਂ ਸੀ, ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਹੈ। ਘੋੜੇ ਤੋਂ ਉਤਰਿਆ ਸੈਦਾ ਵੇਗ, ਥੋੜਾ ਨਜ਼ਦੀਕ ਜਾ ਕੇ ਹੁਣ ਪੈਦਲ ਤੁਰ ਕੇ ਗੁਰੂ ਵੱਲ ਸ਼ਰਨ ਵਿੱਚ ਚੱਲਾ। ਸੈਦਾ ਵੇਗ ਉਤਰ ਹੈ ਤਰੇ, ਗੁਰ ਕੇ ਚਰਨ ਬੰਦਨਾ ਕਰੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਘੋੜੇ ਤੋਂ ਭੋਏ ਆ ਗਏ। ਸਾਧ ਸੰਗਤ, ਉਹਨੇ ਜਾਂਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੰਦਨ ਕੀਤੀ। ਦੋਵੇਂ ਗੋਡਨੇ ਟੇਕ ਹਜ਼ੂਰ ਦੇ ਚਰਨਾਂ 'ਚ ਲੰਮਿਆਂ ਪੈ ਡੰਡੌਤ ਕੀਤੀ। ਬੋਲੇ ਪ੍ਰਭੂ ਉਮਰ ਬਰਕਰਾਰ, ਮਿਲੇ ਸੋ ਖੂਬ ਈਨ ਤਕਰਾਰ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਬੋਲੇ, ਆਓ ਉਮਰਾਵ ਜੀ, ਆਓ ਸੈਦਾ ਵੇਗ ਜੀ, ਦੇਖੋ ਫਿਰ ਕਿੱਥੇ ਮਿਲਾਪ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਮੁਸਕਰਾ ਕੇ ਕਹਿੰਦੇ, ਵੇਖੋ ਉਮਰਾਵ ਸੈਦਾ ਵੇਗ, ਵੇਖਿਆ ਫਿਰ ਕਿੱਥੇ ਮਿਲਾਪ ਹੋਇਆ। ਇੰਨੀ ਗੱਲ ਕਹਿਣ ਦੀ ਦੇਰ ਉਹਦੀਆਂ ਅੱਖਾਂ ਵਿੱਚ ਵਿਰਾਗ ਭਰ ਆਇਆ। ਸੈਦਾ ਵੇਗ ਸਮਝ ਤੂੰ ਬੇਗ, ਆਹੋ ਕੰਧਾਰੀ ਬੰਦੋ ਤੇਗ। ਪਾਤਸ਼ਾਹ ਕਹਿੰਦੇ, ਸੈਦਾ ਵੇਗ ਕੋਈ ਸਮਝ ਆਈ ਫਿਰ, ਦੇਖ ਕਿੱਥੇ ਮਿਲਾਪ ਹੋਇਆ। ਬਸ ਅੱਖਾਂ ਮਿਲਣ ਦੀ ਦੇਰ, ਉਹ ਕੁਝ ਬੋਲਿਆ ਨਹੀਂ। ਉਹਦੀਆਂ ਅੱਖਾਂ 'ਚੋਂ ਵਿਰਾਗ ਸੀ, ਜ਼ੁਬਾਨ ਉਹਦੀ ਬੰਦ ਸੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੇਖ ਰਿਹਾ, ਅੱਖਾਂ 'ਚੋਂ ਅਥਰੂਆਂ ਦਾ ਵਹਿਣ ਵਹਿ ਰਿਹਾ ਸੀ। ਐ ਮਹਿਸੂਸ ਹੋਇਆ ਜਿਵੇਂ ਕਲਗੀਧਰ ਪਾਤਸ਼ਾਹ ਨੇ ਪੂਰਬਲੇ ਜਨਮਾਂ ਦੀ ਕੋਈ ਭਗਤੀ ਉਹਦੀ ਸਫਲ ਕਰ ਦਿੱਤੀ ਹੋ। ਹਜ਼ੂਰ ਨੇ ਜਿਵੇਂ ਉਹ ਤੀਰ ਚਲਾ ਦਿੱਤਾ ਹੋਵੇ ਜਿਹੜਾ ਕਿਸੇ ਭਾਗਾਂ ਵਾਲੇ ਤੇ ਚੱਲਦਾ ਹੈ। ਸਾਧ ਸੰਗਤ, ਗੁਰੂ ਵੀ ਇੱਕ ਤੀਰ ਚਲਾਉਂਦਾ। ਇਕੱਲਾ ਬਾਹਰੀ ਤੌਰ ਤੇ ਪਾਤਸ਼ਾਹ ਨੇ ਬਹੁਤ ਘੱਟ ਜੰਗ ਵਿੱਚ ਤੀਰ ਚਲਾਏ ਨੇ, ਸਿਰਫ ਚਮਕੌਰ ਦੀ ਜੰਗ ਵਿੱਚ ਜ਼ਿਕਰ ਆਇਆ। ਅਦਰਵਾਈਜ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀਆਂ 14 ਜੰਗਾਂ ਵਿੱਚ ਬਹੁਤਾਤ ਵਿੱਚ ਜ਼ਿਕਰ ਨਹੀਂ ਆਇਆ ਪਾਤਸ਼ਾਹ ਨੇ ਕਿਤੇ ਤੀਰ ਚਲਾਏ ਹੋਣ। ਅੱਜ ਹਜ਼ੂਰ ਨੇ ਉਹ ਤੀਰ ਮਾਰਿਆ ਜਿਹੜਾ ਬਹੁਤ ਜਨਮਾਂ ਦੀ ਭਗਤੀ ਤੋਂ ਬਾਅਦ ਵੱਜਦਾ, ਉਹ ਸੈਦਾ ਵੇਗ ਦੇ ਵੱਜਿਆ। ਉਸ ਤੀਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ, ਕਬੀਰ ਸਤਿਗੁਰ ਸੂਰਮੇ, ਪੜੋ ਵਾਹਿਆ ਬਾਣ ਜੋ ਏਕ। ਬਾਣ ਮੀਨਿੰਗ ਤੀਰ। ਪਾਤਸ਼ਾਹ ਦੇ ਤੀਰਾਂ ਦੀ ਕਹਾਣੀ ਕੀ ਬਿਆਨ ਕਰੀਏ। ਇੱਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਬਣਿਆ, ਉਹਦਾ ਨਾਮ ਹੀ ਬਾਣਗੜ੍ਹ ਹੈ। ਕਦੇ ਉਹਦੀ ਵੀ ਆਪਾਂ ਕਥਾ ਕਰਾਂਗੇ। ਸਹਿਬ ਬਾਣੀ ਅੰਦਰ ਕਹਿੰਦੇ, ਕਬੀਰ ਸਤਿਗੁਰ ਸੂਰਮੇ, ਵਾਹਿਆ ਬਾਣ ਜੋ ਏਕ। ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਲੇਜੇ ਸ਼ੇਕ। ਸੈਦ ਖਾਂ ਦੇ ਕਲੇਜੇ 'ਚ ਸ਼ੇਕ ਕਰਤਾ ਗੁਰੂ ਗੋਬਿੰਦ ਸਿੰਘ। ਐਸਾ ਕਿਰਪਾ ਦੀ ਨਜ਼ਰ ਦਾ ਤੀਰ ਮਾਰਿਆ।
ਔਰ ਉਸ ਛੇਕ ਤੋਂ ਬਾਅਦ ਹਾਲਾਤ ਪਤਾ ਕੀ ਹੋਏ ਸੈਦ ਖਾਨ ਦੇ। ਹਜ਼ੂਰ ਕਹਿੰਦੇ ਕਬੀਰ ਗੁੰਗਾ ਹੁਆ ਬਾਬਰਾ। ਹੁਣ ਅਲਫ ਖਾਨ ਦਿੱਲੀ ਤੱਕ ਇਹ ਗੱਲ ਕਹਿੰਦਾ ਗਿਆ ਵੀ ਸੈਦਾ ਵੇਗ ਬਾਬਰਾ ਹੋ ਗਿਆ, ਪਾਗਲ ਹੋ ਗਿਆ। ਉਹ ਮੇਰੇ ਨਾਲ ਉਲਟ ਗੁਰੂ ਵੱਲ ਦੇ ਪਾਸੇ ਖਲੋ ਗਿਆ ਉਦਾਂ। ਕਬੀਰ ਗੁੰਗਾ ਹੁਆ ਬਾਬਰਾ ਵਹਿਰਾ ਹੁਆ ਕਾਨ ਪਾਵੋ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਪੈਰਾਂ ਤੋਂ ਪਿੰਗਲਾ ਕਰਕੇ ਸੁੱਟ ਦਿੱਤਾ। ਕਈ ਜਨਮਾਂ ਦਾ ਭਟਕਦਾ ਮਨ ਗੁਰੂ ਦੇ ਚਰਨਾਂ ਟਿਕ ਗਿਆ। ਸਾਧ ਸੰਗਤ ਸੈਦਾ ਵੇਗ ਹੋਰ ਕੁਝ ਨਹੀਂ, ਅੱਖਾਂ ਚੋਂ ਸਿਰਫ ਰੋ ਰਿਹਾ ਸੀ। ਵਹਿੰਦਾ ਹੋਇਆ ਨੀਰ ਹਜ਼ੂਰ ਨੇ ਤੱਕਿਆ, 3 ਵਾਰ ਪੁੱਛਿਆ ਸੈਦਾ ਵੇਗ ਵੇਖਿਆ ਫਿਰ ਕਿੱਥੇ ਮਿਲਿਆ? ਸੈਦਾ ਵੇਗ ਵੇਖਿਆ ਫਿਰ ਕਿੱਥੇ ਮਿਲਾਪ ਹੋਇਆ? ਜਿਵੇਂ ਹਜ਼ੂਰ ਕਹਿ ਰਹੇ ਸਨ ਉਹ ਪੁੱਬਾਂ ਮਾਰ ਮਾਰ ਰੋ ਰਿਹਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਕੇ ਦਿਆਲ ਸਤਿਗੁਰੂ ਹਜ਼ੂਰ ਨੇ ਅੱਗੇ ਹੋ ਕੇ ਫਿਰ ਗਲ ਨਾਲ ਲਾ ਲਿਆ। ਕੈਸਾ ਪਿਆਰ ਹੋਏਗਾ ਐਸਾ ਸਤਿਗੁਰੂ ਜਿਹੜਾ ਕੋਈ ਔਗਣ ਨਹੀਂ ਵੇਖਦਾ। ਦਿਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਹਾਰ ਗਨੀਮਨ ਗਾਰੇ ਪਸ਼ ਪਸ਼ੂ ਨਗ ਨਾਗ ਨਰਾਤਬ सर्व समय सबको प्रतिभारे पोखत है जल में थल में पल में कल के नहीं कर्म विचारे दीन दयाल दया निध दोखन देखत है पर देत न हारे। ये ओदी वड्याई है। हजूर ने रोंदे सैदा वेग नूं गल नाल ला लिया। धन श्री गुरु गोबिंद सिंह महाराज हुण बोले, कहने फिर वेख किथे मलाप होया? सैदा वेग दसीए तू कौन है? ਉਹਨੇ ਹਜ਼ੂਰ ਦੇ ਅੱਗੇ ਹੱਥ ਜੋੜੇ, ਬੋਲ ਕੁਝ ਨਹੀਂ ਰਿਹਾ। ਪਾਤਸ਼ਾਹ ਸਭ ਸਿੱਖਾਂ ਦੇ ਦਿਲ ਦੇ ਸਵਾਲਾਂ ਦਾ ਜਵਾਬ, ਸੈਦ ਬੇਗ ਦੇ ਕਈ ਜਨਮਾਂ ਦੀ ਕਹਾਣੀ ਹਜ਼ੂਰ ਹੁਣ ਬਿਆਨ ਕਰਨ ਲੱਗੇ। ਪੂਰਬ ਗੁਰੂ ਨਾਨਕ ਤੁਮ ਮਿਲੇ ਸੇਵਾ ਕਰੀ ਹੁਤੀ ਤਬ ਭਲੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਪੂਰਬ ਤੁਮ ਗੁਰੂ ਨਾਨਕ ਮਿਲੇ। ਪਹਿਲੇ ਜਾਮੇ ਵਿੱਚ ਮਿਲਾਪ ਹੋਇਆ ਸੀ ਤੇਰਾ, ਹੁਣ 10ਵੇਂ ਜਾਮੇ 'ਚ ਮਿਲਿਆ। ਉਸ ਵਕਤ ਦੀ ਤਪੱਸਿਆ ਮੰਗਿਆ ਕੀ ਸੀ? ਜੋ ਮੰਗਿਆ ਸੀ ਫੁਰਨਾ ਕਰਕੇ ਤੈਨੂੰ ਉਹ ਵੀ ਗੁਰੂ ਨਾਨਕ ਸਾਹਿਬ ਨੇ ਦੇ ਦਿੱਤਾ। ਪਰ ਜਿਸ ਭਾਵਨਾ ਕਰਕੇ ਤੇਰਾ ਮਿਲਾਪ ਗੁਰੂ ਨਾਲ ਹੋਇਆ ਸੀ ਉਹ ਭਾਵਨਾ ਹੁਣ ਪੂਰੀ ਹੋਈ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਕਹਿੰਦੇ ਕਿਵੇਂ ਪੀਰ ਕੰਧਾਰੀ, ਕਿੱਥੇ ਕੰਧਾਰ ਵਿੱਚ ਤੇਰੇ ਨਾਲ ਮਿਲਾਪ ਹੋਇਆ ਸੀ, ਅੱਜ ਕੰਧਾਰ ਤੋਂ ਵਿਛੜਿਆ ਨਦੌਣ ਦੀ ਧਰਤੀ ਤੇ ਮਿਲਿਆ। ਇਹ ਜੰਗ ਨਦੌਣ ਦੀ ਜੰਗ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੀਰ ਕੰਧਾਰੀ ਕਿੱਥੋਂ ਵਿਛੜਿਆ, ਕਿੰਨੇ ਜਾਮਿਆਂ ਬਾਅਦ ਮਿਲਿਆ ਹੈ। ਤਬ ਹਮ ਤੋ ਸੋ ਇਮ ਕਹਿ ਗਏ ਕਬੈ ਬੁਲਾਵੇਂਗੇ ਹਿਤ ਕੀਏ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬੋਲੇ, ਕਹਿੰਦੇ ਕਿਹਾ ਸੀ ਤੈਨੂੰ ਮਿਲਾਵਾਂਗੇ ਫਿਰ ਕਿਸੇ ਜਨਮ 'ਚ, ਪਰ ਉਸ ਵਕਤ ਤੇਰੇ ਅੰਦਰ ਫੁਰਨਾ ਆ ਗਿਆ। ਵੇ ਰਾਜੇ ਲੋਕ, ਵੱਡੇ ਵੱਡੇ ਜਰਨੈਲ ਲੋਕ, ਸ਼ਸਤਰਧਾਰੀ ਲੋਕ, ਉਹ ਕਿਸ ਤਰ੍ਹਾਂ ਦੇ ਹੁੰਦੇ ਨੇ? ਕਹਿੰਦੇ ਫਿਰ ਪੀਰ ਕੰਧਾਰੀ ਇਸ ਜਨਮ ਵਿੱਚ ਤੈਨੂੰ ਯੋਧਾ ਵੀ ਬਣਾ ਦਿੱਤਾ, ਪਰ ਤੈਨੂੰ ਜੋੜ ਵੀ ਲਿਆ। ਸ਼ਸਤਰ ਬਲੋਕਣ ਕਰੈ ਤਿਹਾਰੋ ਤਬ ਪਰਖਾਂਗੇ ਜਥਾ ਉਚਾਰੋ। ਪਾਤਸ਼ਾਹ ਕਹਿੰਦੇ ਪਹਿਲੇ ਜਾਮੇ ਵਿੱਚ ਕਿਹਾ ਸੀ ਵੇਖਾਂਗੇ ਵੀ ਤੇਰੇ ਸ਼ਸਤਰ ਜਿਹੜੇ ਤੇਰੇ ਮਨ 'ਚ ਨੇ, ਵੇਖਾਂਗੇ ਜਿਹੜੇ ਤੂੰ ਸ਼ਸਤਰਾਂ ਦੇ ਅੰਦਰ ਸੋਚਿਆ ਵੀ ਸ਼ਸਤਰਧਾਰੀ ਜਰਨੈਲ ਕਿਹੋ ਜਿਹੇ ਹੁੰਦੇ ਨੇ, ਵੇਖ ਲਾਂਗੇ ਫਿਰ ਅਗਲੇ ਜਾਮੇ ਵਿੱਚ ਤੇਰੇ ਸ਼ਸਤਰ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਾਤਸ਼ਾਹ ਨੇ ਉਹਦਾ ਜਨਮ ਯਾਦ ਕਰਾਇਆ, ਹੁਣ ਸਭ ਕੁਝ ਉਹਦੀ ਸੁਰਤੀ ਵਿੱਚੋਂ ਯਾਦ ਆ ਗਿਆ। ਪਰਚਾ ਪ੍ਰਥਮ ਸ਼ਬਦ ਕੋ ਕੀਆ ਪਾਛੇ ਇਸ ਪ੍ਰਕਾਰ ਕਹਿ ਦਿਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ ਪਹਿਲਾਂ ਪਰਚਾ ਸ਼ਬਦ ਦਾ, ਫਿਰ ਤੂੰ ਸ਼ਸਤਰ ਵਿੱਚੋਂ ਵੀ ਪਾਸ ਹੋਇਆ। ਕਲਗੀਧਰ ਪਾਤਸ਼ਾਹ ਨੇ ਜੋ ਕੁਝ ਉਹਨੂੰ ਕਿਹਾ ਐਂ ਲੱਗਾ ਜਿਵੇਂ ਸੁਰਤੀ ਦੀ ਕਈ ਜਨਮਾਂ ਦੀ ਰੀਲ ਉਹਨੂੰ ਪਿੱਛੇ ਕਰਕੇ ਵਿਖਾਤੀ ਹੋਵੇ। ਸਾਧ ਸੰਗਤ ਇਹ ਹਕੀਕਤ ਹੈ, ਕਈ ਜਨਮਾਂ ਤੋਂ ਆਪਾਂ ਵਾਰ-ਵਾਰ ਧਰਤੀ ਤੇ ਆ ਰਹੇ ਹਾਂ। ਜਿੰਨੇ ਪੁੱਤਰ ਧੀਆਂ ਭੈਣ ਭਾਈ ਤੁਹਾਡੇ ਸੰਪਰਕ ਵਿੱਚ ਨੇ,
ਇਹ ਇਸ ਜਨਮ ਦੇ ਨਹੀਂ, ਪਿਛਲੇ ਕਈ ਜਨਮਾਂ ਤੋਂ ਲੇਖਾ ਹਿਸਾਬ ਚੱਲ ਰਿਹਾ ਹੈ। ਕਿਤਿਆਂ ਕੇ ਬਾਪ ਕਿਤੇ ਫੁਨ ਬੇਟੇ ਹੋਏ, ਕਿੰਨੀ ਵਾਰ ਅਸੀਂ ਉਹਨਾਂ ਦੇ ਮਾਂ ਪਿਓ ਬਣੇ ਤੇ ਕਿੰਨੀ ਵਾਰ ਉਹ ਸਾਡੇ ਮਾਂ ਪਿਓ ਬਣੇ। ਇੱਦਾਂ ਹੀ ਸਿਲਸਿਲਾ ਚੱਲ ਰਿਹਾ ਹੈ। ਲੇਖਾ ਹਿਸਾਬ ਦੇਣ, ਹਿਸਾਬ ਕਿਤਾਬ ਲੇਖਾ ਚੱਲ ਰਿਹਾ ਇੱਦਾਂ। ਮਾਏ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਇਹ ਅਕਾਲ ਪੁਰਖ ਰੱਬ ਨੇ ਸਾਰਾ ਸੰਬੰਧ ਪਿਛਲੇ ਜਨਮਾਂ ਦਾ, ਜਿਨ੍ਹਾਂ ਨੂੰ ਅਸੀਂ ਧੋਖਾ ਦਿੱਤਾ ਉਹ ਹੁਣ ਸਾਨੂੰ ਦੇ ਰਹੇ ਨੇ, ਜਿਨ੍ਹਾਂ ਨਾਲ ਅਸੀਂ ਧੋਖਾ ਬੇਈਮਾਨੀ ਕੀਤੀ ਉਹ ਹੁਣ ਕਰ ਰਹੇ ਨੇ ਸਾਡੇ ਨਾਲ। ਇਹ ਤੇ ਇੱਦਾਂ ਹੀ ਹਿਸਾਬ ਚੱਲਦਾ। ਉਹਦੇ ਵਿੱਚ ਤਾਂ ਸਾਧ ਸੰਗਤ ਫਿਰ ਇੱਥੇ ਮੁੱਕੇਗਾ ਜਦੋਂ ਤੁਸੀਂ ਗੁਰੂ ਅੱਗੇ ਆ ਕੇ ਟਹਿ ਪਾਓਗੇ, ਪਾਤਸ਼ਾਹ ਇਸ ਲੇਖੇ ਤੋਂ ਸਾਨੂੰ ਕੱਢ ਲਓ। ਗੁਰੂ ਫਿਰ ਲੇਖੇ ਤੋਂ ਬਚਾਉਂਦਾ, ਨਹੀਂ ਤਾਂ ਹਜ਼ੂਰ ਕਹਿੰਦੇ ਲੇਖਾ ਦੇਣਾ ਹੀ ਪੈਂਦਾ। ਲਿਖੇ ਕਤੈ ਨਾ ਛੋਟੀ ਹੈ, ਪੜੋ ਲਿਖੇ ਕਤੈ ਨਾ ਖਿਨ ਖਿਨ ਭੂਲਣ ਹਾਰ। ਜੇ ਬਚਣਾ ਹੈ ਫਿਰ ਕੀ ਕਰਨਾ? ਅਰਦਾਸ ਕਰਨੀ ਪੈਗੀ। ਨਾਨਕ ਰੱਖਣ ਹਾਰ ਕਾਲ ਪੁਰਖ ਵਾਹਿਗੁਰੂ ਤੋਂ ਮੰਗਣਾ ਪੈਣਾ, ਮਹਾਰਾਜ ਲਿਖੇ ਤੋਂ ਤੁਸੀਂ ਬਚਾ ਲਓ, ਤੁਸੀਂ ਬਚਾਓ। ਪੜੋ ਸਾਰੇ। ਲਿਖੇ ਕਤੈ ਨਾ ਛੋਟੀ ਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰੋ ਤਾਰ। ਇਹ ਅਕਾਲ ਪੁਰਖ ਵਾਹਿਗੁਰੂ ਬਖਸ਼ ਲਓ, ਬਖਸ਼ ਲਓ, ਫਿਰ ਇਸ ਲਿਖੇ ਤੋਂ ਬਚ ਸਕੋ। ਇੱਕ ਪੰਕਤੀ ਮੈਂ ਤੁਹਾਡੇ ਸਮਕਸ਼ ਰੱਖਾਂ, ਇਹਦੇ ਉੱਤੇ ਜੇ ਤੁਸੀਂ ਆਧੁਨਿਕ ਯੁੱਗ ਦੀ ਵੀ ਕੋਈ ਵਿਚਾਰ ਲੈਣੀ ਹੈ, ਕਿਸੇ ਨੂੰ ਸ਼ੰਕਾ ਹੋਵੇ ਉਹ ਵੀ ਕਰ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕੋਰਡਿੰਗ ਇੱਕ ਪੌੜੀ ਤੁਹਾਡੇ ਸਨਮੁਖ ਰੱਖਾਂ। ਉਹਦੇ ਵਿੱਚ ਪਾਤਸ਼ਾਹ ਨੇ ਕਿਹਾ ਜਿੰਨੀ ਸ੍ਰਿਸ਼ਟੀ ਸਾਜੀ ਹੈ ਰੱਬ ਨੇ ਸਾਜੀ ਹੈ, ਸਾਜਣ ਤੋਂ ਬਾਅਦ ਉਹਨੇ ਸਾਡੇ ਉੱਤੇ ਨਜ਼ਰ ਰੱਖੀ ਹੋਈ ਹੈ। ਕੋਈ ਬੰਦਾ ਕੀ ਕਰ ਰਿਹਾ ਹੈ, ਸਭ ਕੁਝ ਵਾਚ ਹੋ ਰਿਹਾ ਹੈ, ਰਿਕਾਰਡ ਹੋ ਰਿਹਾ ਹੈ, ਔਨ ਰਿਕਾਰਡ ਹੈ ਰੱਬ ਦੇ ਕੋਲ। ਜਿਵੇਂ ਇੱਥੇ ਲੋਕ ਡਰਦੇ ਨਾ ਵੀ ਔਨ ਰਿਕਾਰਡ ਹੈ ਸਾਰਾ ਕੁਝ ਤੁਹਾਡਾ, ਤੁਹਾਡੇ ਫਿੰਗਰਪ੍ਰਿੰਟ ਲੱਗਦੇ ਨੇ, ਤੁਹਾਡਾ ਸਾਰਾ ਹੀ ਬਾਇਓ ਡਾਟਾ ਨਿਕਲ ਆਉਂਦਾ ਵੀ ਕਿੰਨੀ ਵਾਰ ਇਹ ਕੈਨੇਡਾ ਆਇਆ, ਕਿੰਨੀ ਵਾਰ ਗਿਆ, ਕਿਹੜੇ ਦੇਸ਼ ਨੇ ਰਿਫਿਊਜ਼ ਕੀਤਾ, ਇੱਦਾਂ ਨਿਕਲ ਆਊ ਸਾਰਾ ਕੁਝ। ਇੰਨਾ ਸਿਸਟਮ ਬਣ ਗਿਆ। ਲਾਸਟ ਟਾਈਮ ਕਦੋਂ ਤੁਸੀਂ ਆਏ ਸੀ, ਕੀ ਭਰਿਆ ਸੀ, ਕੀ ਬੋਲਿਆ ਸੀ, ਕਿੰਨੇ ਦਿਨ ਰਹਿਣ ਲਈ ਕਿਹਾ ਸੀ, ਕੀ ਹੋਇਆ, ਸਭ ਕੁਝ ਉਹਨਾਂ ਕੋਲ ਔਨ ਰਿਕਾਰਡ ਹੈ। ਜੇ ਉਹ ਕੱਢਣਾ ਚਾਹਣ ਤਾਂ ਬਸ ਫਿੰਗਰਪ੍ਰਿੰਟ ਲਵਾਉਣੇ ਤੁਹਾਡੇ ਇਕੱਲੇ, ਜਾਂ ਫਿਰ ਸਿੱਧਾ ਅੱਖਾਂ ਤੋਂ ਜਾਂ ਫਿਰ ਕੰਨ ਤੋਂ। ਇੱਦਾਂ ਦੇ ਆਈਡੀ ਸਿਸਟਮ ਬਣ ਗਏ ਨੇ। ਉਹਦੇ ਸਨਮੁਖ ਅੱਖਾਂ ਮਿਲਦੇ ਆ ਸਾਰ ਤੁਹਾਡਾ ਬਾਇਓਡਾਟਾ ਉਹਦੇ ਕੰਪਿਊਟਰ ਤੇ ਆ ਜਾਣਾ ਸਭ ਕੁਝ। ਜੇ ਬੰਦੇ ਦੀ ਬਣਾਈ ਟੈਕਨੀਕ ਵਿੱਚ ਕੰਪਿਊਟਰ ਇੰਨਾ ਕੁਝ ਇੰਨੇ ਲੋਕਾਂ ਦਾ ਫੀਡ ਕਰ ਸਕਦਾ, ਸ਼ੰਕਾ ਨਾ ਕਰਿਓ ਰੱਬ ਨੇ ਜਿਹਨੇ ਬੰਦਾ ਬਣਾਇਆ ਹੈ ਉਹ ਰੱਬ ਕੀ ਨਹੀਂ ਕਰ ਸਕਦਾ। ਉਹਦੇ ਕੋਲ ਔਨ ਰਿਕਾਰਡ ਕਿੰਨਾ ਪਿਆ ਹੋਏਗਾ। ਜੇ ਰੱਬ ਦੇ ਬਣਾਏ ਬੰਦਿਆਂ ਕੋਲ ਇੰਨਾ ਰਿਕਾਰਡ ਸਾਡਾ ਪਿਆ ਹੈ, ਜਿਹੜੇ ਰੱਬ ਨੇ ਬੰਦਾ ਬਣਾਇਆ, ਕਿਉਂਕਿ ਕੰਪਿਊਟਰ ਤਾਂ ਬੰਦੇ ਨੇ ਬਣਾਇਆ, ਜਿਹਨੇ ਬੰਦਾ ਹੀ ਪੈਦਾ ਕੀਤਾ ਉਹ ਅਕਾਲ ਪੁਰਖ ਰੱਬ ਕੋਲ ਕਿੰਨਾ ਰਿਕਾਰਡ ਸਾਡਾ ਪਿਆ ਹੋਏਗਾ, ਪਿਛਲੇ ਕਈ ਜਨਮਾਂ ਦਾ ਪਿਆ। ਇੱਕ ਬਚਨ ਤੁਸੀਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹੋ, ਕਰਿਆ ਕਰੋ ਨਿਤਨੇਮ ਜ਼ਰੂਰ, ਭਾਵੇਂ ਜਪਜੀ ਸਾਹਿਬ ਦੇ 2 ਪਾਠ ਕਰੋ ਜ਼ਰੂਰ, ਜੇ ਗੁਰੂ ਦੇ ਨੇੜੇ ਰਹਿਣਾ। ਮੈਂ ਧੰਨਵਾਦ ਕਰਾਂਗਾ ਆਪਣੀਆਂ ਬੱਚੀਆਂ ਦਾ, ਛੋਟੀਆਂ ਭੈਣਾਂ ਦਾ, ਇਹਨੀ ਬਹੁਤ ਮੇਰੀ ਪਿਆਰ ਨਾਲ ਬੇਨਤੀ ਮੰਨੀ ਹੈ। ਸਾਰੀਆਂ ਬੱਚੀਆਂ ਹੁਣ ਦੁਪੱਟੇ ਲੈ ਕੇ ਸਿਰ ਤੇ ਆਉਣ ਲੱਗ ਪਈਆਂ ਨੇ, ਮੈਨੂੰ ਬਹੁਤ ਖੁਸ਼ੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਤੁਹਾਡੀਆਂ ਝੋਲੀਆਂ ਭਰਨ ਇਸ ਧਰਤੀ ਤੇ ਤੁਸੀਂ ਆਏ ਹੋ, ਖੁਸ਼ੀ ਲੈਣ ਆਏ ਹੋ, ਸੁੱਖ ਲੈਣ ਆਏ ਹੋ, ਪਰ ਗੁਰੂ ਨਾਲ ਜੁੜੇ ਰਹੋ ਫਿਰ ਸੁੱਖ ਹੈ। ਨਹੀਂ ਤਾਂ ਜੋ ਮਰਜ਼ੀ ਭੱਜ ਲਿਓ, ਇੱਥੇ 2 ਘਰ ਬਣਾ ਲਿਓ, 4 ਬਣਾ ਲਿਓ, ਮੇਰੇ ਤੋਂ ਪੁੱਛਣ ਦੀ ਲੋੜ ਨਹੀਂ, ਜੋ ਹੋਣਾ ਵੇਖ ਲਿਓ ਇੱਥੇ ਘੁੰਮ ਕੇ। ਇੱਕ ਵਾਰ ਪਹਿਲਾਂ ਰਿਸਰਚ ਕਰ ਲਿਓ ਕੈਨੇਡਾ ਤੇ ਜਿੱਥੇ ਘੁੰਮ ਰਹੇ ਹੋ। ਖੈਰ, ਗੁਰੂ ਨਾਲ ਜੁੜਨ ਤੋਂ ਬਾਅਦ ਹੀ ਸੁੱਖ ਆਉਂਦਾ, ਹੋਰ ਕੋਈ ਤਰੀਕਾ ਨਹੀਂ। ਔਨ ਰਿਕਾਰਡ ਰੱਬ ਕੋਲ ਕਈ ਜਨਮਾਂ ਦੀ ਕਹਾਣੀ ਪਈ ਹੈ। ਕਿਸੇ ਕੋਲ ਉਮਰ ਪੁੱਛੋ, ਉਹ ਦੱਸਦਾ ਜਿਵੇਂ 20 ਸਾਲ ਦਾ, 30 ਦਾ, 35 ਦਾ, 45 ਦਾ, 54 ਦਾ ਤੁਹਾਡੀ ਉਮਰ। ਪਾਤਸ਼ਾਹ ਤੋਂ ਪੁੱਛੋ ਮਹਾਰਾਜ ਕਿੰਨੀ ਉਮਰ ਹੈ ਸਾਡੀ, ਤਾਂ ਗੁਰੂ ਅਮਰਦਾਸ ਮਹਾਰਾਜ ਰੋਜ਼ ਚੇਤੇ ਕਰਾਉਂਦੇ, ਕਹਿੰਦੇ ਤੇਰੀ ਗਲਤ ਉਮਰ ਹੈ, ਇਹ ਤੇਰੀ ਇਸ ਜਨਮ ਦੀ ਆਈਡੀ ਕਾਗਜ਼ੀ ਉਮਰ ਹੈ ਜਿਹੜੀ ਤੂੰ ਦੱਸ ਰਿਹਾ। ਪਾਤਸ਼ਾਹ ਤੁਹਾਡੇ ਰਿਕਾਰਡ ਵਿੱਚ ਫਿਰ ਕਿੰਨੀ ਉਮਰ ਹੈ ਸਾਡੀ?
ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਰੱਬ ਦੇ ਰਿਕਾਰਡ ਵਿੱਚ ਵੇਖ ਤੇਰੀ ਕਿੰਨੀ ਉਮਰ ਹੈ, ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਤਦੋਂ ਤੋਂ ਤੈਨੂੰ ਭੇਜਿਆ ਹੋਇਆ ਕਈ ਜਨਮ ਕਿੱਥੇ ਕਿੱਥੇ ਤੂੰ ਬਤੀਤ ਕੀਤੇ ਨੇ। ਰੋਜ਼ ਹਜ਼ੂਰ ਕਹਿਣਗੇ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਜਦੋਂ ਤੋਂ ਰੱਬ ਨੇ ਸ੍ਰਿਸ਼ਟੀ ਦਾ ਮੂਲ ਰਚਿਆ, ਉਦੋਂ ਤੋਂ ਜੋਤ ਰੱਖੀ ਹੋਈ, ਉਦੋਂ ਦੇ ਹੀ ਆਏ ਹੋਏ ਆ। ਕਈ ਜਨਮ ਫਿਰ ਕਿੱਥੇ ਰਹੇ ਜੀ? ਫਿਰ ਹੋਰ ਪੜ੍ਹ ਲਿਓ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਇੰਨੇ ਜਨਮ ਤੂੰ ਲੰਘ ਕੇ ਆਇਆ, ਹੁਣ ਤੇਰੀ ਬਦਕਿਸਮਤੀ ਹੈ ਜੇ ਨਾ ਸਮਝ ਆਈ। ਇਹ ਜਨਮ ਤੈਨੂੰ ਗੋਬਿੰਦ ਮਿਲਣ ਕੀ, ਇਹ ਤੇਰੇ ਵਰੀ ਗਿਆ। ਇੱਕ ਨੂੰ ਪੜ੍ਹਾਇਓ, ਕਾਹਦੇ ਵਾਸਤੇ ਜਨਮ ਮਿਲਿਆ? ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪੜੋ ਗੱਜ ਕੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਗੋਬਿੰਦ ਮਿਲਣ ਕੀ ਇਹ ਹੈ ਤੇਰੀ ਵਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹੋ ਕਹੋ ਆਪਣੇ ਮਨ ਨੂੰ ਕਹੋ, ਗੋਬਿੰਦ ਮਿਲਣ ਕੀ ਇਹ ਹੈ ਤੇਰੀ ਵਰੀਆ, ਗੋਬਿੰਦ ਮਿਲਣ ਕੀ ਇਹ ਹੈ ਤੇਰੀ ਵਰੀਆ, ਗੋਬਿੰਦ ਮਿਲਣ ਇਹ ਹੈ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹ ਹੈ ਤੇਰੀ ਬਰੀਆ। ਇਹ ਤੇਰੀ ਟਰਨ ਹੈ ਰੱਬ ਨੂੰ ਮਿਲਦੀ, ਵਾਰੀ ਹੈ ਤੈਨੂੰ ਰੱਬ ਨੂੰ ਮਿਲਦੀ। ਹੁਣ ਕਿੱਧਰ ਭਟਕ ਗਏ? ਪਾਤਸ਼ਾਹ ਨੇ ਫਿਰ ਬਚਨ ਕਹੇ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਉਦੋਂ ਦਾ ਹੀ ਆਇਆ ਹੋਇਆ, ਉਦੋਂ ਦਾ ਹੀ ਆਇਆ। ਮਹਾਰਾਜ ਇਹ ਲੇਖਾ ਹਿਸਾਬ ਫਿਰ ਹੁਣ ਉੱਥੇ ਧਿਆਨ ਦਿਓ। ਔਨ ਰਿਕਾਰਡ ਰੱਬ ਕੋਲ ਕਈ ਜਨਮਾਂ ਦਾ ਪਿਆ ਸਾਡਾ। ਜਦੋਂ ਆਪਾਂ ਜਾਵਾਂਗੇ ਆ ਧਰਤੀ ਦੁਨੀਆ ਛੱਡ ਕੇ, ਜਦੋਂ ਇੱਥੋਂ ਬੰਦਾ ਮਰ ਕੇ ਜਾਂਦਾ, ਕਿਸੇ ਨਾਲ ਬੇਇਨਸਾਫੀ ਨਹੀਂ ਹੁੰਦੀ। ਰੱਬ ਉਹਨੂੰ ਕੋਲ ਬਿਠਾ ਕੇ ਪੂਰਾ ਰਿਕਾਰਡ ਉਹਦਾ ਸਾਹਮਣੇ ਰੱਖਦਾ। ਪਹਿਲੀ ਆਦਤ ਬੰਦੇ ਦੀ ਪਤਾ ਕੀ ਹੈ? ਉਹ ਮੁੱਕਰਦਾ, ਮੈਂ ਕੀਤਾ ਹੀ ਨਹੀਂ ਜੀ, ਮੈਂ ਨਹੀਂ ਕੀਤਾ ਹੈ। ਤੇ ਜਦੋਂ ਉਹਨੂੰ ਵਾਈ ਫੇਸ ਰਿਕਾਰਡ ਦਿਖਾ ਦਿਓ, ਰਿਕਾਰਡਿੰਗ, ਫਿਰ ਮੰਨਣਾ ਪੈਂਦਾ ਨਾ। ਇੱਦਾਂ ਰੱਬ ਨੇ ਕੀਤਾ ਹੋਇਆ ਰਿਕਾਰਡ ਵਿਖਾ ਦੇਣਾ। ਆਪਾਂ ਪਹਿਲਾਂ ਮੁੱਕਰਨੇ, ਕਿਉਂ? ਆਦਤ ਬਣੀ ਹੋਈ ਹੈ ਸੰਸਾਰ 'ਚ। ਗਲਤੀ ਕਰਕੇ ਬੰਦਾ ਮੁੱਕਰਦਾ, ਮੈਂ ਕੀਤਾ ਹੀ ਨਹੀਂ, ਕਿਸੇ ਹੋਰ ਦੇ ਸਿਰ ਤੇ ਦੋਸ਼ ਲਾਉਂਦੇ। ਹਜ਼ੂਰ ਨੇ ਕਿਹਾ ਤੂੰ ਮੁੱਕਰਨੇ, ਰੱਬ ਨੇ ਤੈਨੂੰ ਮੁੱਕਰ ਨਹੀਂ ਦੇਣਾ। ਪਾਪ ਕਰੇ ਕਰ ਮੁੱਕਰ ਪਾਵੇ, ਤੂੰ ਮੁੱਕਰਨੇ, ਮੈਂ ਨਹੀਂ ਪਾਪ ਕੀਤਾ, ਰੱਬ ਨੇ ਨਹੀਂ ਮੁੱਕਰਨ ਦੇਣਾ। ਕਿਉਂ? ਉਹਦੇ ਕੋਲ ਔਨ ਰਿਕਾਰਡ ਹੈ ਸਭ ਕੁਝ, ਲਿਖਾ ਦੇਣਾ ਪੈਣਾ। ਜਿਹਦੇ ਨਾਲ ਤੂੰ ਧੋਖਾ ਕੀਤਾ, ਤੈਨੂੰ ਵੀ ਹੁਣ ਧੋਖਾ ਖਾਣਾ ਪੈਣਾ। ਹਜ਼ੂਰ ਨੇ ਫਿਰ ਬਾਣੀ ਅੰਦਰ ਬਚਨ ਕਹੇ, ਪਾਪ ਕਰੇ ਕਰ ਮੁੱਕਰ ਪਾਵੇ, ਭੇਖ ਕਰੇ ਨਿਰਵਾਨੇ। ਪਾਤਸ਼ਾਹ ਫਿਰ ਇਹ ਲਿਖੇ ਤੋਂ ਬਚਾਂਗੇ ਨਹੀਂ। ਇੱਕ ਸਵਾਲ ਹੁਣ ਪੈਦਾ ਹੁੰਦਾ ਹੈ, ਜੇ ਆਪਾਂ ਲਿਖਾ ਹੀ ਦੇਣਾ ਹੈ, ਫਿਰ ਗਲਤੀ ਤਾਂ ਹਰ ਬੰਦੇ ਤੋਂ ਹੁੰਦੀ ਹੈ। ਕੋਈ ਬੰਦਾ ਪਰਫੈਕਟ ਤਾਂ ਹੈ ਹੀ ਨਹੀਂ, ਸਾਰੀ ਦੁਨੀਆ ਇੰਪਰਫੈਕਟ ਹੈ। ਕੋਈ ਨਾ ਕੋਈ ਘਾਟ, ਕੋਈ ਔਗਣ ਸਾਰਿਆਂ ਵਿੱਚ ਹੈ। ਹਰ ਬੰਦੇ ਨੇ ਗਲਤੀ ਕੀਤੀ। ਕੋਈ ਦਾਅਵਾ ਕਰ ਸਕਦਾ ਮੈਂ ਕੋਈ ਗਲਤੀ ਨਹੀਂ ਕੀਤੀ? ਕੋਈ ਦਾਅਵਾ ਨਹੀਂ ਕਰ ਸਕਦਾ। ਮੇਰੇ ਕੋਲੋਂ ਕੋਈ ਗਲਤੀ ਨਹੀਂ ਹੋਈ, ਕੋਈ ਦਾਅਵਾ ਕਰ ਹੀ ਨਹੀਂ ਸਕਦਾ। ਜੇ ਫਿਰ ਭੁੱਲ ਗਲਤੀ ਮਨੁੱਖ ਤੋਂ ਹੁੰਦੀ ਹੈ, ਬੰਦਾ ਭੁੱਲਣ ਵਿੱਚ ਹੈ, ਸਾਧ ਸੰਗਤ ਸਾਰੀ ਦੁਨੀਆ ਇੰਪਰਫੈਕਟ ਹੈ, ਫਿਰ ਇਹਦਾ ਇਲਾਜ ਕੀ ਹੈ? ਜੇ ਕੋਈ ਗਲਤੀ ਹੋਈ ਤਾਂ ਲਿਖਾ ਤਾਂ ਦੇਣਾ ਹੀ ਪੈਣਾ। ਉਹਦਾ ਫਿਰ ਇਲਾਜ ਕੀ ਹੈ? ਆ ਪੰਕਤੀ ਸੁਣਿਓ।
ਹਜ਼ੂਰ ਨੇ ਬਚਨ ਕਹੇ, ਆਪੇ ਕੁਦਰਤ ਸਾਜ ਕੈ, ਰੱਬ ਨੇ ਆਪੇ ਕਰੇ ਵਿਚਾਰ, ਬੈਠਾ ਵਿਚਾਰ ਕਰ ਰਿਹਾ ਹੈ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਰੱਬ ਹੀ ਪਰਖਦਾ ਖਰਾ ਕੌਣ ਹੈ ਖੋਟਾ ਕੌਣ ਹੈ। ਇੱਥੇ ਦੇ ਲੋਕ ਤਾਂ ਖਰਿਆਂ ਨੂੰ ਵੀ ਖੋਟਾ ਕਹਿੰਦੇ ਰਹਿੰਦੇ ਧਰਤੀ ਤੇ, ਇੱਥੇ ਚੰਗਿਆਂ ਦੀ ਵੀ ਨਿੰਦਿਆ ਹੁੰਦੀ ਰਹਿੰਦੀ ਦੁਨੀਆ 'ਚ, ਪਰ ਰੱਬ ਦੇ ਇਹ ਹੁਕਮ ਵਿੱਚ ਹੈ, ਉਹ ਵੇਖਦਾ ਵੀ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਬਾਹਰ ਵਾਰ। ਮਹਾਰਾਜ ਫਿਰ ਅਸੀਂ ਲੇਖੇ ਤੋਂ ਬਚਣਾ ਚਾਹੁੰਦੇ, ਹੁਣ ਕਿਰਪਾ ਕਰੋ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ, ਕਹਿੰਦੇ ਰੱਬ ਬੋਲਿਆ, ਫਿਰ ਬਚਣਾ ਚਾਹੁੰਦਾ ਬਈ, ਲੇਖਾ ਦੇਣ ਤੋਂ ਹੁਣ ਡਰ ਲੱਗਦਾ, ਤੂੰ ਇਹ ਤੋਂ ਬਚਣਾ ਚਾਹੁੰਦਾ ਵੀ ਨਾ ਬਾਰ-ਬਾਰ ਲੇਖਾ ਦੇਣਾ ਪਵੇ। ਮਹਾਰਾਜ ਬਚਣਾ ਚਾਹੁੰਦੇ, ਕਹਿੰਦੇ ਜਾਓ ਫਿਰ ਸਤਿਗੁਰ ਪਿੱਛੇ ਭਜ ਬਵੋ, ਕਰੋ ਸੇਵਾ ਗੁਰੂ ਦੀ, ਜਾਓ ਕਰੋ ਗੁਰੂ ਦੀ ਸੇਵਾ, ਕਹੋ ਆਪਣੇ ਗੁਰੂ ਨੂੰ ਜਾ ਕੇ ਸਤਿਗੁਰ ਪਿੱਛੇ ਭਜ ਬਵੋ, ਇਹਾਂ ਕਰਨੀ ਸਾਰ। ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ। ਗਣਤ ਤੇ ਨਾ ਕੀ ਕੋ ਕਿਆ ਕਰੇ, ਜੇ ਆਪ ਬਖਸ਼ੇ ਕਰਤਾਰ। ਜਿਹਨੂੰ ਰੱਬ ਬਖਸ਼ਦਾ ਉਹਨੂੰ ਲਿਖਾ ਨਹੀਂ ਦੇਣਾ ਪੈਂਦਾ, ਪਰ ਜਿਹਦੀ ਜਾਮਣੀ ਗੁਰੂ ਪਾ ਦੇ, ਗੁਰੂ ਖੋਟਿਆਂ ਨੂੰ ਵੀ ਖਰੇ ਕਰ ਸਕਦਾ। ਪਰ ਇਹ ਹਕੀਕਤ ਹੈ, ਇਹ ਬੁੱਝਣਾ ਪਏਗਾ, ਸਮਝਣਾ ਪਏਗਾ, ਗੁਰੂ ਪੂਰਾ ਹੋਣਾ ਚਾਹੀਦਾ। ਜਿਨ੍ਹਾਂ ਦੇ ਖੁਦ ਗੁਰੂ ਆਪ ਰੇਪ ਦੇ ਕੇਸ 'ਚ ਜੇਲ੍ਹ 'ਚ ਬੈਠੇ ਹੈ, ਉਹਨੇ ਚੇਲੇ ਵੀ ਡੋਬ ਲੈਣੇ, ਡੁੱਬ ਗਏ ਨੇ। 2-2 ਲੱਖ ਲੋਕ ਮੱਥਾ ਟੇਕਦੇ ਸੀ, ਉਹ ਬਾਬੇ ਅੱਜ ਪੂਰੀ ਉਮਰ ਲਈ ਜੇਲ੍ਹ 'ਚ ਬੈਠੇ ਨੇ, ਉਮਰ ਕੈਦ ਹੋ ਗਈ। ਉਹਨਾਂ ਨੂੰ ਜੇਲ੍ਹ 'ਚ PR ਕਰ ਦਿੱਤਾ ਗੌਰਮੈਂਟ ਨੇ, PR ਸਮਝਦੇ ਹੋ ਪੱਕੀ ਰੈਜ਼ੀਡੈਂਸ, ਹੁਣ ਪੱਕੇ ਹੋ ਗਏ ਜਦ ਤੱਕ ਮਰਦੇ ਨਹੀਂ। ਉਹਨੀ ਚੇਲਿਆਂ ਨੂੰ ਕੀ ਮੁਕਤ ਕਰਨਾ। ਤੁਸੀਂ ਉਸ ਗੁਰੂ ਦੀ ਗੋਦ 'ਚ ਬੈਠੇ ਹੋ ਜਿਹੜਾ ਆਪ ਮੁਕਤ ਹੈ, ਸਾਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ। ਐਸੇ ਗੁਰੂ ਕੋਲੋਂ ਫਿਰ ਹੋਰ ਕੁਝ ਮੰਗਣ ਦੀ ਬਜਾਏ ਇਹੀ ਮੰਗੀਏ, ਪਾਤਸ਼ਾਹ ਕਿਰਪਾ ਕਰੋ